ਇਕ ਓੰਕਾਰ ਸਤ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਨਾਹਿ ਨ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਵੋ। ਬਿਖਮ ਨਦੀ ਜਾਏ ਤਰਨੀ ਸਾਧ ਸੰਗਤ ਕੇ ਅੰਚਲ ਲਾਵੋ। ਬਿਖਮ ਨਦੀ ਜਾਏ ਤਰਨੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਵਰਨ ਰੂਪ ਵਰਤੈ ਸਭ ਤੇਰੇ। ਮਰ ਮਰ ਜੰਮੈ ਫੇਰ ਪਵਹਿ ਕਣੇਰੇ। ਵਰਨ ਰੂਪ ਵਰਤੈ ਸਭ ਤੇਰੇ। ਮਰ ਮਰ ਜੰਮੈ ਫੇਰ ਪਵਹਿ ਕਣੇਰੇ। ਤੂੰ ਏਕੋ ਨਿਹਚਲ ਅਗੰਮ ਅਪਾਰਾ। ਗੁਰਮਤੀ ਬੂਝ ਬੁਝਾਵਣਿਆ। ਹਉ ਵਾਰੀ ਜਿਉ ਵਾਰੀ ਰਾਮ ਨਾਮ ਮਨ ਵਸਾਵਣਿਆ। ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ। ਗੁਰਮਤੀ ਆਪ ਬੁਝਾਵਣਿਆ ਰਹਾਉ। ਸਭ ਏਕਾ ਜੋਤ ਜਾਣੈ ਜੇ ਕੋਈ। ਸਤਿਗੁਰ ਸੇਵਿਐ ਪ੍ਰਗਟ ਹੋਈ। ਗੁਪਤ ਪ੍ਰਗਟ ਵਰਤੈ ਸਭ ਥਾਈ। ਜੋਤੀ ਜੋਤ ਮਿਲਾਵਣਿਆ। ਤਿਸਨਾ ਅਗਨ ਜਲੈ ਸੰਸਾਰਾ। ਲੋਭ ਅਭਿਮਾਨ ਬਹੁਤ ਅਹੰਕਾਰਾ। ਮਰ ਮਰ ਜਨਮੈ ਪਤ ਗਵਾਏ। ਆਪਣੀ ਬਿਰਥਾ ਜਨਮ ਗਵਾਵਣਿਆ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ। ਆਪ ਮਾਰੇ ਤਾਂ ਤ੍ਰਿਭਵਨ ਸੂਝੈ। ਫਿਰ ਉਹ ਮਰੈ ਨਾ ਮਰਣਾ ਹੋਵੈ। ਸਹਜੇ ਸੱਚ ਸਮਾਵਣਿਆ। ਮਾਇਆ ਮਹਿ ਫਿਰ ਚਿਤ ਨਾ ਲਾਏ। ਗੁਰ ਕੈ ਸ਼ਬਦ ਸਦ ਰਹੈ ਸਮਾਏ। ਗੁਰ ਸਲਾਹੇ ਸਭ ਘਟ ਅੰਤਰ। ਸਚੋ ਸਚ ਸੁਹਾਵਣਿਆ। ਸਚ ਸਾਲਾਹੀ ਸਦਾ ਹਜੂਰੇ। ਗੁਰ ਕੈ ਸ਼ਬਦ ਰਹਿਆ ਭਰਪੂਰੇ। ਗੁਰ ਪ੍ਰਸਾਦੀ ਸਚ ਨਦਰੀ ਆਵੈ। ਸੱਚੇ ਹੀ ਸੁਖ ਪਾਵਣਿਆ। ਸਚ ਮਨ ਅੰਦਰ ਰਹਾ ਸਮਾਏ। ਸਦਾ ਸਚ ਨਿਹਚਲ ਆਵੈ ਨਾ ਜਾਏ। ਸੱਚੇ ਲਾਗੈ ਸੋ ਮਨ ਨਿਰਮਲ। ਗੁਰਮਤੀ ਸਚ ਸਮਾਵਣਿਆ। ਸਚ ਸਾਲਾਹੀ ਅਵਰ ਨਾ ਕੋਈ। ਜਿਤ ਸੇਵਿਐ ਸਦਾ ਸੁਖ ਹੋਈ। ਨਾਨਕ ਨਾਮ ਰਤੇ ਵਿਚਾਰੀ। ਸਚੋ ਸਚ ਕਮਾਵਣਿਆ। ਸਚ ਸਾਲਾਹੀ ਅਵਰ ਨ ਕੋਈ। ਜਿਤ ਸੇਵਿਐ ਸਦਾ ਸੁਖ ਹੋਈ। ਨਾਨਕ ਨਾਮ ਰਤੇ ਵਿਚਾਰੀ। ਸਚੋ ਸਚ ਕਮਾਵਣਿਆ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਸੰਧਿਆ ਸਮੇਂ ਅਸੀਂ ਗੁਰੂ ਹਜ਼ੂਰ ਹਾਜ਼ਰ ਹੋ ਪਾਏ ਹਾਂ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਆਪ ਜੀ ਨੇ ਮਾਝ ਰਾਗ ਦਾ ਗੁਰੂ ਅਮਰਦਾਸ ਪਾਤਸ਼ਾਹ ਦੁਆਰਾ ਉਚਰਿਤ ਕੀਤਾ ਹੋਇਆ ਇਹ ਪਾਵਨ ਸ਼ਬਦ ਸਰਵਨ ਕੀਤਾ ਹੈ। ਵਿਚਾਰ ਦੀ ਆਗਾਜ਼ ਬੀਤੇ ਕੱਲ ਪ੍ਰਾਰੰਭ ਕੀਤੀ ਸੀ। ਕੁਝ ਪਦੇ ਵਿਚਾਰੇ ਸੀ, ਅੱਜ ਅੱਗੇ ਤੋਰਾਂਗੇ। ਸਿਰਫ ਇਤਨਾ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਲੜੀਵਾਰ ਅਸੀਂ ਵਿਆਖਿਆ ਸਮੇਤ ਸੁਣ ਰਹੇ ਹਾਂ। ਇਸ ਪਾਵਨ ਸਥਾਨ ਤੇ ਮੇਰੀ ਜਿੰਨੀ ਕੁ ਸਮਝ ਦੇ ਮੁਤਾਬਕ ਇੱਕ ਵਾਰ ਅਸੀਂ ਪੂਰਾ ਭੋਗ ਪਾਇਆ। ਇਹ ਸੈਕਿੰਡ ਟਾਈਮ ਅਸੀਂ ਸ਼ੁਰੂ ਕੀਤਾ ਹੈ। ਸ਼ਬਦ ਲਗਾਤਾਰ ਵੱਖਰੀ ਵੱਖਰੀ ਬਣਤਰ ਵਿੱਚ ਆਉਂਦੇ ਨੇ। ਜਿਵੇਂ ਇਹਨਾਂ ਸ਼ਬਦਾਂ ਦੇ ਵਿੱਚ ਤੁਸੀਂ ਕਾਫੀ ਰੈਪੀਟੀਸ਼ਨ ਦੇਖ ਰਹੇ ਹੋ ਵਾਰ-ਵਾਰ। ਉਹ ਰੈਪੀਟੀਸ਼ਨ ਜਿਹੜੀ ਹੈ, some people were asking me, ਭਾਈ ਸਾਹਿਬ, why it's happening again and again in the same way. We called it in modern language drilling. ਜਿਹੜੀ ਚੀਜ਼ ਜ਼ਹਿਨੀ ਤੌਰ ਤੇ ਸਾਡੇ ਅੰਦਰ ਪਾਣੀ ਹੈ, ਉਹਦੀ ਰੈਪੀਟੀਸ਼ਨ ਹੋਏਗੀ ਵਾਰ-ਵਾਰ। ਇਹੀ ਸਿਮਰਨ ਹੈ। ਸੋ ਜਦੋਂ ਤੁਹਾਡੀ ਗੁਰੂ ਨਾਲ ਇੱਕ ਸਾਂਝ ਹੈ, ਐਸੋਸੀਏਸ਼ਨ ਹੈ, ਤੁਸੀਂ ਸਮਝਦੇ ਹੋ ਕਿ ਮੇਰਾ ਗੁਰੂ ਮੈਨੂੰ ਕੁਝ ਸਮਝਾ ਰਿਹਾ, ਦੱਸ ਰਿਹਾ, then you can actually engage yourself with this shabad without any hesitation, without any kind of excuse. So that is required when we are reading, reciting the Bani. ਬਾਕੀ ਬਾਤ ਇਹ ਹੈ, ਇਹਦੇ ਮਾਇਨੇ ਬੜੇ ਦਾਰਸ਼ਨਿਕ ਵੀ ਨੇ, ਬੜੇ ਫਿਲਾਸਫੀਕਲ ਨੇ ਕਿਤੇ ਕਿਤੇ, ਤੇ ਬਹੁਤਾ ਸਪਿਰਿਚੁਅਲ ਐਂਗਲ ਤੋਂ ਕਈ ਚੀਜ਼ਾਂ ਨੇ ਜਿਨ੍ਹਾਂ ਬਾਰੇ ਅਸੀਂ ਉਸ ਤਰੀਕੇ ਦਾ ਨਾ ਅਜੇ ਤਜਰਬਾ ਰੱਖਦੇ ਹਾਂ, ਨਾ ਸਮਝ ਰੱਖਦੇ ਹਾਂ। ਬਟ that is the part of our life, and Maharaj is teaching us same messages which are needed in our life. ਸੋ ਬਚਨ ਪ੍ਰਾਰੰਭ ਕਰਦਾ ਰਹਾਓ ਦੇ ਬੰਦ ਤੋਂ, ਫਿਰ ਅੱਗੇ ਜਿੱਥੋਂ ਵਿਚਾਰ ਬੀਤੇ ਕੱਲ ਸਮੇਟੀ ਸੀ ਅੱਗੇ ਤੋਰਾਂਗੇ। ਗੁਰਦੇਵ ਕਹਿ ਰਹੇ ਸੀ, ਹਉ ਵਾਰੀ ਜਿਉ ਵਾਰੀ RAM ਨਾਮ ਮਨ ਵਸਾਵਣਿਆ। ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾ ਲਿਆ, ਸੁਣਨਾ, ਪੜ੍ਹਨਾ, ਸੁਣਾ ਦੇਣਾ। ਜੇ ਮੈਨੂੰ I will try to give more examples, to give more kind of elaboration, or to provide some kind of extension from different areas so that every message we can grab from these shabads. ਹੁਣ ਜਿਹੜੀ ਬਾਤ ਹੋ ਰਹੀ ਹੈ ਕਿ ਸਪੋਜ਼ ਅੱਜ ਸੋਸ਼ਲ ਮੀਡੀਆ ਦਾ ਦੌਰ ਹੈ, ਤੇ ਮੈਂ ਤੇ ਬਹੁਤ ਜ਼ਿਆਦਾ ਇਸ ਸਾਰੇ ਨੂੰ ਯੂਜ਼ ਨਹੀਂ ਕਰਦਾ। ਥੋੜ੍ਹਾ ਜਿਹਾ ਸਿਰਫ ਮੈਂ ਇੱਕੋ ਐਪ ਰੱਖੀ ਹੋਈ ਇਸ ਕਰਕੇ, ਕਿਉਂਕਿ that provides me internationally free calls. Otherwise I'm not there. But here and there people pass me a lot of messages. People actually provide me a lot of information. But ਹੁੰਦਾ ਕੀ ਹੈ, ਸਵੇਰ ਚੜ੍ਹਦੀ ਹੈ, ਅਰਬਾਂ ਖਰਬਾਂ ਮੈਸੇजेस ਜਿਹੜੇ ਨੇ ਇੱਕ ਦੂਜੇ ਨੂੰ ਸ਼ੇਅਰ ਹੋ ਰਹੇ ਨੇ। ਗੁੱਡ ਮਾਰਨਿੰਗ ਦੇ ਨਾਂ ਹੇਠ, ਸਤਿ ਸ੍ਰੀ ਅਕਾਲ ਦੇ ਨਾਂ ਹੇਠ, ਫਤਿਹ ਦੇ ਨਾਂ ਹੇਠ ਜਿਹੜਾ ਹੈਗਾ, ਮਤਲਬ ਕਿਸੇ ਵੀ ਗ੍ਰੀਟਿੰਗਸ ਦੇ ਅੰਦਰ ਲੋਕੀ ਮੈਸੇजेस ਦੇ ਰਹੇ ਨੇ। ਜੇ ਤੁਸੀਂ ਸਿਰਫ ਇੱਕ ਦਿਨ ਸਵੇਰੇ ਹੀ 10, 15, 20 ਇੰਡੀਵਿਜੂਅਲਸ ਨੂੰ ਆ ਰਹੇ ਤੇ ਉਹਨਾਂ ਦੁਆਰਾ ਸੈਂਡ ਕੀਤੇ ਗਏ ਮੈਸੇजेस ਪੜ੍ਹ ਲਓ, ਕਮਾਲ ਹੈ। ਇਤਨੀ ਪੋਜ਼ਿਟਿਵਿਟੀ ਹੈ, ਇਤਨੀਆਂ ਗੁੱਡ ਵਿਸ਼ੇਸ ਨੇ, ਇਤਨੇ ਗੁੱਡ ਥਾਟਸ ਨੇ। ਸੋਸਾਇਟੀ ਤੇ ਦੇਵਤਿਆਂ ਦੀ ਬਣ ਜਾਏਗੀ। ਪਰ ਇਹਦੇ ਬਾਵਜੂਦ ਵੀ ਜਿਹੜਾ ਬੰਦਾ ਖੁਦ ਹੀ ਲਿਖ ਰਿਹਾ, ਉਸ ਵਕਤ ਬੈਠਾ ਹੋਇਆ ਟਾਈਪ ਕਰ ਰਿਹਾ ਜਾਂ ਮੈਸੇਜ ਸੈਂਡ ਕਰ ਰਿਹਾ ਹੈਗਾ, ਸਪੋਜ਼ ਇਹੀ ਕਰ ਰਿਹਾ ਹੈ ਕਿ ਪੇਸ਼ੈਂਸ ਇਜ਼ ਦ ਕੀ ਆਫ ਸਕਸੈਸ। ਮੈਂ ਸਿੰਪਲ ਵਰਡ ਵੈਸੇ ਬਣਾ ਕੇ ਕਹਿ ਰਿਹਾ, ਜਾਂ ਇਹ ਕਹਿ ਰਿਹਾ ਕਿ ਕਾਮ ਮਾਈਂਡ ਇਜ਼ ਦ ਸੋਰਸ ਆਫ ਹੈਪੀਨੈਸ। ਸਿੰਪਲ ਇਸ ਤਰੀਕੇ ਦੇ ਨਾਲ
ਸੇਮ ਵੇ ਉਸੇ ਸਮੇਂ ਜਦੋਂ ਟਾਈਪ ਕਰ ਰਿਹਾ, ਜੋ ਸੈਂਡ ਕਰ ਰਿਹਾ, ਉਸੇ ਸਮੇਂ ਉਹਦੀ ਘਰ ਦੇ ਕੋਈ ਇਸ਼ੂ ਆ ਰਹੇ ਨੇ, ਘਰ ਦਾ ਕੋਈ ਆਵਾਜ਼ ਦੇ ਰਿਹਾ, ਕੋਈ ਬੱਚਾ ਬਾਦਰ ਕਰਦਾ ਕੁਝ, ਉਸੇ ਵਕਤ ਉਹ ਆਪਣੀ ਕਾਮਨੈਸ ਭੁੱਲ ਜਾਂਦਾ, ਉਹ ਭ੍ਰਸ਼ਟ ਹੋ ਜਾਂਦਾ ਉਸੇ ਵਕਤ। ਮਤਲਬ ਇਹ ਕੀ ਬਣਿਆ, ਉਹਦੀ ਜਿਹੜੇ ਫਿੰਗਰ ਟਿਪਸ ਨੇ, they are sending something else, and at the same time the same individual is practicing something totally different. What is missing in that behavior? ਮਨ ਵਸਾਵਣਿਆ, ਗੱਲਾਂ ਕਰਨੀਆਂ, ਗੱਲਾਂ ਸੁਣਨੀਆਂ, ਗੱਲਾਂ ਪੜ੍ਹ ਲੈਣੀਆਂ, ਗੱਲਾਂ ਇੱਧਰ ਉੱਧਰ ਦੱਸ ਦੇਣੀਆਂ, ਸੁਣ ਲੈਣੀਆਂ, that is not a big deal. ਬਿਗ ਡੀਲ ਆ ਤੁਹਾਡੇ ਅੰਦਰ ਕਿਹੜੀ ਚੀਜ਼ ਜਾਏਗੀ। ਤੇ ਜਾਣ ਦਾ ਮਤਲਬ ਇਹ ਨਾ ਜਾਣੋ ਕਿ ਕੋਈ ਚੀਜ਼ ਹੈ ਐਂਡ ਜਸਟ ਐਕਚੁਅਲੀ that thing is going to be just a plant inside you, as we can see in physical world that we plant some seeds in any soil. ਇੱਥੇ ਕੀ ਹੈ, ਇੱਥੇ ਪਹਿਲੇ ਨੰਬਰ ਤੇ ਉਹ ਜਿਹੜੀ ਗੱਲ ਅਸੀਂ ਲੈਣੀ ਹੈ, ਅਪਣਾਣੀ ਹੈ, ਧਾਰਨ ਕਰਨੀ ਹੈ, ਜਿਹਨੂੰ ਅਟੈਂਸ਼ਨ ਪੇ ਕਰਨੀ ਹੈ, ਉਹਦੀ ਇੰਪੋਰਟੈਂਸ ਹੈ ਸਾਡੇ ਵਾਸਤੇ। ਇਹ ਪਹਿਲੀ ਸਟੇਜ ਹੈ। ਜੇ ਉਹਦੀ ਇੰਪੋਰਟੈਂਸ ਹੈ, then how can I apply in my life? ਮੈਂ ਉਹਦੀ ਮੈਨੀਫੈਸਟੇਸ਼ਨ ਕਿਵੇਂ ਕਰਾਂਗਾ? Do I have that strategy? ਨਾਮ ਮਨ ਵਸਾਣਾ, ਇਟਸ ਨੋਟ ਜਸਟ ਅ ਵਰਡ ਕਿ ਨਾਮ ਮਨ ਵਸ ਗਿਆ। ਇਹ ਪ੍ਰੋਸੈਸ ਆ। ਇਸ ਪ੍ਰੋਸੈਸ ਵਿੱਚੋਂ ਲੰਘਾਂਗੇ, then we can see, ਹਾਂ ਕੁਝ ਸੋਚ ਹੈ ਐਸੀ। ਉਹ ਬੰਦਾ ਹੋ ਸਕਦਾ ਕਿਸੇ ਨੂੰ ਮੈਸੇਜ ਨਾ ਭੇਜਦਾ ਹੋਏ, ਕਿਸੇ ਨੂੰ ਇਹ ਗੱਲ ਨਾ ਕਹਿੰਦਾ ਹੋਏ, ਯੂ ਨੋ calmness is the key of happiness, calmness is the source of happiness, but ਆਪ ਕਿਸੇ ਵੀ ਸਿਚੁਏਸ਼ਨ ਦੇ ਚ ਉਹਨੂੰ ਕਾਮ ਰਹਿਣਾ ਆਉਂਦਾ ਆ। ਉਹਨੇ ਕੰਮ ਕੀਤਾ ਇਹਦੇ ਤੇ, ਕਾਮ ਕਿਵੇਂ ਰਹਿੰਦਾ, ਉਹ ਭਰੋਸਾ ਰੱਖਦਾ ਕਰਤਾਰ ਤੇ, ਗੁਰੂ ਭਲਾ ਕਰੇਗਾ। ਇਹ ਸ਼ਬਦ ਪੜ੍ਹਦੇ ਆ ਕਿ ਚਿੰਤਾ ਤਾਕੀ ਕੀਜੀਏ ਜੋ ਅਨਹੋਣੀ ਹੋਏ। ਜਦੋਂ ਇੱਕ ਡੀਪ ਲੈਵਲ ਤੇ ਅੰਦਰ ਇੱਕ ਸਮਝ ਆ ਗਈ, ਅਨਹੋਣਾ ਤੇ ਕੁਝ ਵੀ ਨਹੀਂ, ਜੋ ਹੋਣਾ ਹੋ ਕੇ ਰਹਿਣਾ, ਹੋਣਾ ਆ, ਘਬਰਾਉਣਾ ਕਿਉਂ ਆ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ, ਜਿਨ੍ਹਾਂ ਦੇ ਮਨ ਹਿਰਦੇ ਜੀਵਨ ਵਿੱਚ ਇਹ ਚੀਜ਼ਾਂ ਬਿਲਕੁਲ ਮੈਨੀਫੈਸਟ ਹੋ ਗਈਆਂ। ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਕੁਰਬਾਨ ਜਾਣਾ ਉਹਨਾਂ ਤੋਂ, ਮੈਂ ਉਹਨਾਂ ਦੀ ਹਾਈਐਸਟ ਲੈਵਲ ਦੀ ਰਿਸਪੈਕਟ ਕਰਦਾ। ਆਹ ਗੱਲ ਹੈ ਇਹਦੇ 'ਚ, ਤਾਂ ਕਿ ਅਸੀਂ ਇਹਦੇ ਗਾਹਕ ਬਣ ਸਕੀਏ। ਅੱਗੇ ਸ਼ਬਦ ਆ, ਅਸੀਂ ਰੱਬ ਦੇ ਨਾਮ ਦੇ ਭੈ ਵਿੱਚ ਆ ਕੇ ਉਹਦੇ ਨਾਲ ਆਪਣੀ ਸਾਂਝ ਬਣਾਈਏ। ਪਰ ਸਾਹਿਬ ਕਹਿੰਦੇ ਤਿਸ ਰੂਪ ਨਾ ਰੇਖਿਆ ਵਰਣ ਨਾ ਕੋਈ। ਰੱਬ ਕਿਹੋ ਜਿਹਾ ਆ, ਕਿਹੋ ਜਿਹਾ ਦਿਸਦਾ ਆ, ਕਿੱਥੇ ਵਸਦਾ ਆ, who knows? Nobody knows. Just we have to believe, we have to tell ourselves, and we have to go in the direction where our psyche always actually make association with that thought. Oh my conscious, whatever happened, whatever actually is coming in your way of life, in your actually in your path of day-to-day life, don't forget Rabb is watching, Rabb is observing, Rabb is always with you. ਹੁਣ ਆਹ ਜਿਹੜੀ ਚੀਜ਼ ਆ, ਇਹ ਲਗਾਤਾਰ ਸਾਡੇ ਅੰਦਰ ਚੇਤਨ ਰੂਪ ਵਿੱਚ ਆਏ, ਪਰ ਦਿਸਦਾ ਤੇ ਹੈ ਨਹੀਂ, ਨਾ ਉਹਦਾ ਕੋਈ ਰੂਪ ਆ, ਨਾ ਰੇਖਾ ਆ, ਕਿਵੇਂ ਫੜਾਂਗੇ? ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹੜੇ ਇਸ ਸਭ ਤੋਂ ਅਦਰਵਾਈਜ਼ ਲੋਕਾਂ ਨੇ ਮੂਰਤੀਆਂ ਬਣਾ ਲਈਆਂ, ਤਵੀਤ ਬਣਾ ਲਏ, ਧਾਗੇ ਬਣਾ ਲਏ, ਕੋਈ ਤਵੀਤ ਗਲ ਵਿੱਚ ਪਾ ਲਿਆ, ਕੋਈ ਕਿਸੇ ਨੇ ਕੋਈ ਚੀਜ਼ ਖਾਸ ਪਾ ਲਈ ਆਪਣੀ ਜੇਬ ਦੇ ਵਿੱਚ ਵੀ ਇਹ ਮੈਨੂੰ ਯਾਦ ਰੱਖੇਗਾ, ਇਹ ਰੱਬ, ਇਹੋ ਜਿਹੀਆਂ ਚੀਜ਼ਾਂ। ਗੁਰੂ ਬਾਬਾ ਜੀ ਕਹਿੰਦੇ ਨਾ ਨਾ, ਤੇਰੀ ਸੁਰਤ 'ਚ ਜੀ ਟਿਕੇ ਤੇ ਤੂੰ ਕਿਸੇ ਰੂਪ ਰੇਖਾ ਭੁਲੇਖੇ 'ਚ ਨਾ ਰਵੇਂ। ਇੱਥੇ ਉਹਦੀ ਬਾਤ ਕੀਤੀ ਹੈ ਕਿ ਜਿਨ੍ਹਾਂ ਨੂੰ ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ, ਗੁਰਮਤੀ ਆਪ ਬੁਝਾਵਣਿਆ। ਜਿਨ੍ਹਾਂ ਨੂੰ ਗੁਰੂ ਦੀ ਮੱਤ ਦੇ ਜ਼ਰੀਏ ਇਹ ਚੀਜ਼ ਬੁੱਝ ਗਈ, ਸਮਝ ਆ ਗਈ, ਜਿਹਨੂੰ ਕਰਤਾਰ ਨੇ ਆਪ ਬੁਝਾ ਦਿੱਤਾ। ਇਹ ਮੁੱਖ ਸੁਨੇਹਾ ਆ। ਅਗਲਾ ਬਚਨ ਜਿਹੜਾ ਗੁਰੂ ਮਹਾਰਾਜ ਜ਼ਿਕਰ ਕਰ ਰਹੇ ਨੇ, ਉਹ ਵੀ ਬੀਤੇ ਕੱਲ ਅਸੀਂ ਵਿਚਾਰ ਰਹੇ ਸੀ, ਵਰਨ ਰੂਪ ਵਰਤੈ ਸਭ ਤੇਰੇ, ਬਾਕੀ ਉਹਦਾ ਹੀ ਸਭ ਕੁਝ ਆ। ਇੱਥੇ ਬਚਨਾ ਹੈ, ਸਭ ਏਕਾ ਜੋਤ ਜਾਣੈ ਜੇ ਕੋਈ, ਸਤਿਗੁਰ ਸੇਵਿਆ ਪ੍ਰਗਟ ਹੋਈ, ਗੁਪਤ ਪ੍ਰਗਟ ਵਰਤੈ ਸਭ ਥਾਈ, ਜੋਤੀ ਜੋਤ ਮਿਲਾਵਣਿਆ। ਹੁਣ ਇਹ ਜੋਤ ਦਾ ਕਨਸੈਪਟ ਜਿਹੜਾ ਆ, ਇਹ ਤੁਸੀਂ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹੋ, ਜਿਹੜਾ ਆਰਤੀ ਦੇ ਸਰਨਾਮੇ ਹੇਠ ਸ਼ਬਦ ਵੀ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ। ਹੁਣ ਹੁੰਦਾ ਕੀ ਹੈ,
ਗੁਰੂ ਨਾਨਕ ਸਾਹਿਬ ਦੀ ਆਮਦ ਹੁੰਦੀ ਹੈ ਕੋਈ ਜਿਹੜਾ ਆ 550 ਵਰੇ ਪਹਿਲਾਂ ਉਸ ਰੂਪ ਦੇ ਵਿੱਚ, ਤੇ ਚੀਜ਼ਾਂ ਬਹੁਤੀਆਂ ਬਦਲੀਆਂ ਨਹੀਂ। ਹਾਂ, ਥੋੜ੍ਹਾ ਬਹੁਤਾ ਸੰਸਾਰਕ ਤੌਰ 'ਤੇ ਤੁਸੀਂ ਇਹ ਦੇਖਦੇ ਹੋ ਕਿ ਇਨਵਾਇਰਮੈਂਟ, ਰਹਿਣ ਸਹਿਣ, ਖਾਣ ਪਾਣ ਲੋਕਾਂ ਦਾ ਬਦਲਿਆ ਆ, ਪਰ ਜਿਹੜਾ ਹਿਊਮਨ ਬੀਇੰਗ ਆ ਉਹ ਆਲਮੋਸਟ ਸੇਮ ਹੀ ਹੈ। ਉਹਦੀਆਂ ਬਹੁਤੀਆਂ ਜਿਹੜੀਆਂ ਐਕਸਰਸਾਈਜ਼ਸ ਸੀਗੀਆਂ ਉਹ ਵੀ ਉਸੇ ਤਰੀਕੇ ਨਾਲ ਨੇ, ਧਾਰਮਿਕ ਸਾਈਡ ਤੋਂ ਉਹ ਸਭ ਚੀਜ਼ਾਂ ਦੇ ਵਿੱਚ। ਹੁਣ ਇਹ ਹੈ ਕਿ ਇੱਕ ਤੇ ਇਹ ਕਿ ਮਨੁੱਖਤਾ ਦੇ ਵਿੱਚ ਰੱਬ ਵੇਖਣਾ, ਮਨੁੱਖ ਨੂੰ ਰੱਬ ਦੀ ਸ਼ਕਲ ਸੂਰਤ 'ਚ ਜਿਹੜਾ ਵੇਖ ਕੇ ਉਹਦੀ ਸੇਵਾ 'ਚ ਲੱਗ ਜਾਣਾ, ਸਾਰਿਆਂ ਦਾ ਭਲਾ ਕਰਨਾ, ਸਾਰਿਆਂ ਦੇ ਭਲੇ ਵਿੱਚੋਂ ਆਪਣਾ ਭਲਾ ਲੱਭਣਾ, ਇਹ ਸਿੱਖੀ ਹੈ ਨਾ। ਸਰਬੱਤ ਦੇ ਭਲੇ 'ਚ ਆਪਣਾ ਭਲਾ ਆ, ਇਹ ਕਰਨਾ ਇਹ ਹਾਰਡ ਹੈ। ਹਾਰਡ ਇਸ ਕਰਕੇ ਹੈ ਕਿਉਂਕਿ ਜੇ ਤੁਸੀਂ ਸਪੋਜ਼ ਕਰੋ ਜਿਨ੍ਹਾਂ ਨੇਸ਼ਨਸ ਨੇ ਬਹੁਤ ਥੋੜੇ ਸਮੇਂ 'ਚ ਬੜੀ ਜ਼ਿਆਦਾ ਤਰੱਕੀ ਕੀਤੀ, ਨੇਸ਼ਨਸ, ਬੰਦਿਆਂ ਦੀ ਗੱਲ ਛੱਡੋ, ਮੈਂ ਨੇਸ਼ਨ ਦੀ ਗੱਲ ਕਰਦਾ, ਉਹ ਐਂਟੀ ਹਿਊਮਨ ਐਲੀਮੈਂਟ ਵਿੱਚ ਆਏ ਨੇ। ਨਾਜ਼ੀਜ਼ ਤੁਹਾਡੇ ਸਾਹਮਣੇ ਨੇ। ਨਾਜ਼ੀਜ਼ ਨੇ ਉਦੋਂ ਤਰੱਕੀ ਕੀਤੀ ਜਿੱਦਣ ਉਹਨਾਂ ਨੂੰ ਇਹ ਪਤਾ ਲੱਗਾ ਵੀ ਸਾਡੇ ਸਭ ਤੋਂ ਵੱਡੇ ਦੁਸ਼ਮਣ ਕੌਣ ਨੇ? ਯਹੂਦੀ। ਬਸ ਇੱਕ ਹੋ ਗਏ, ਇੱਕ ਦੁਸ਼ਮਣ ਦੇ ਖਿਲਾਫ ਇਸ ਕਿਸਮ ਦੇ ਨਾਲ। ਹਾਲਾਂਕਿ ਨਾਜ਼ੀਜ਼ ਦੀ ਪ੍ਰੋਬਲਮ ਜਿਹੜੀ ਹੈ ਜਾਂ ਜਰਮਨ ਦੀ ਪ੍ਰੋਬਲਮ ਇਹ ਥੋੜਾ ਸੀਗੀ, ਯੂਰਪੀਅਨ ਦੀ ਪ੍ਰੋਬਲਮ ਇਹ ਥੋੜਾ ਸੀਗੀ। ਯੂਰਪੀਅਨ ਦੀ ਪ੍ਰੋਬਲਮ ਤਾਂ ਬਹੁਤ ਪਿੱਛੋਂ ਸ਼ੁਰੂ ਹੋਈ ਸੀ, ਜਿਹੜਾ ਉਹਨਾਂ ਨੇ ਸਮਰਾਜਵਾਦ ਜਿਹੜਾ ਪਾਲਿਆ, ਜਿਹੜੇ ਕਲੋਨੀਅਲ ਇੱਕ ਜਿਹੜਾ ਉਸ ਰੂਪ ਦੇ ਵਿੱਚ ਇਨਵੇਡ ਕਰਨ ਵਾਸਤੇ ਉਹ ਇੱਕ ਬਿਹੇਵੀਅਰ ਵਾਸਤੇ ਤੁਰ ਪਏ। ਉਸ ਇਨਵੇਡਿੰਗ ਪ੍ਰੋਸੈਸ ਦੇ ਵਿੱਚ ਬਿਟਰਨੈਸ ਕ੍ਰੀਏਟ ਹੋਈ ਆਪਸ ਵਿੱਚ, ਇੱਕ ਦੂਜੇ ਤੋਂ ਅੱਗੇ ਵਧਣ ਵਾਸਤੇ। ਇੰਡਸਟਰੀਲਾਈਜੇਸ਼ਨ ਹੋ ਗਈ, ਵਧੇ ਹੋਏ ਲਾਲਚਾਂ ਦੀ ਪੂਰਤੀ ਨਹੀਂ ਹੋ ਰਹੀ। ਨਵੀਆਂ ਮੰਡੀਆਂ ਲੱਭਣੀਆਂ ਨੇ, ਆਪਣੇ ਜਿਹੜੇ ਵੱਧ ਤੋਂ ਵੱਧ ਸੋਰਸ ਲਿਆਉਣੇ ਨੇ, ਰਾਹ ਮਟੀਰੀਅਲ ਲਿਆਉਣਾ ਆ, ਤਿਆਰ ਮਟੀਰੀਅਲ ਵੇਚਣਾ ਆ, ਮੰਡੀਆਂ, ਇਹ ਸਾਰੇ ਦੇ ਵਿੱਚ ਇੱਥੋਂ ਇਹ ਬਿਟਰਨੈਸ ਕ੍ਰੀਏਟ। ਤੇ ਦੁਸ਼ਮਣ ਕਿਹਨਾਂ ਨੂੰ ਮੰਨਿਆ ਗਿਆ? ਦੁਸ਼ਮਣ ਮੰਨਿਆ ਗਿਆ ਯਹੂਦੀਆਂ ਨੂੰ, ਇਹਨਾਂ ਨੂੰ ਮਾਰੋ ਇਸ ਰੂਪ ਦੇ ਵਿੱਚ। ਸੋ ਭਾਵੇਂ ਉਹ ਜਿੰਨੇ ਮਰਜ਼ੀ ਦੱਸਣ ਵੀ ਨੈਸ਼ਨਲ ਸਾਈਡ ਤੇ ਸਾਡਾ ਕਾਜ਼ ਬੜਾ ਕਮਾਲ ਦਾ ਆ, ਇਸ ਤਰੀਕੇ ਨਾਲ ਐਂਟੀ ਹਿਊਮਨ, ਐਂਟੀ ਸੋਸ਼ਲ, ਤੇ ਲੌਂਗ ਰਨ ਦੇ ਵਿੱਚ ਆਪਣੇ ਲਈ ਤੇ ਸਭ ਲਈ ਬਰਬਾਦੀ ਤੋਂ ਬਿਨਾਂ ਕੁਝ ਵੀ ਨਹੀਂ ਗਾ। ਇਹ ਚੀਜ਼ ਤੁਹਾਨੂੰ ਸ਼ੁਰੂ ਤੋਂ ਮਿਲੇਗੀ। ਇਹ ਮੈਂ ਐਗਜ਼ਾਮਪਲ ਇੱਕ ਦਿੱਤੀ, ਹੁਣ ਮੈਂ ਧਰਮ ਦੇ ਖੇਤਰ 'ਚ ਹੋਰ ਮਿਸਾਲ ਦੇ ਦਿੰਦਾ। ਧਰਮ ਦੇ ਖੇਤਰ ਦੇ ਵਿੱਚ ਮਨੁੱਖਤਾ ਦਾ ਭਲਾ ਕਰਨਾ, ਮਨੁੱਖਵਾਦੀ ਹੋ ਕੇ ਜੀਣਾ, ਮਾਨਵਤਾ ਦੀ, ਜਿਵੇਂ ਸਪੋਜ਼ ਸਿੰਪਲ ਕਰੋ, ਮੂਰਤੀ ਨੂੰ ਇੱਕ ਥਾਲੀ 'ਚ ਪ੍ਰਸ਼ਾਦਾ ਪਾ ਕੇ, ਰੋਟੀ ਪਾ ਕੇ ਭੋਗ ਲਵਾਉਣਾ, ਇਹ ਔਖਾ ਨਹੀਂਗਾ। ਔਖਾ ਕੀ ਹੈ? ਗੁਰੂ ਕੀ ਰਸਨਾ ਗਰੀਬ ਕੀ ਗੋਲਕ, ਜਿਹੜੀ ਹੈ ਗਰੀਬ ਕੀ ਰਸਨਾ ਗੁਰੂ ਕੀ ਗੋਲਕ, ਜਿਹੜੀ ਗਰੀਬ ਦੀ ਰਸਨਾ, ਲੋੜਵੰਦ ਦੀ ਰਸਨਾ ਆ, ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਰਸਨਾ ਨੂੰ ਰੱਬ ਦੀ ਰਸਨਾ ਜਾਣ ਕੇ ਉਹਦੇ 'ਚ ਰੋਟੀ ਪਾਉਣੀ, ਇਹ ਹਾਰਡ ਹੈ, ਇਹ ਬਹੁਤ ਔਖਾ ਆ। ਇਹ ਚੀਜ਼ ਜਿਹੜੀ ਇਹ ਕਰਨ ਵਾਸਤੇ ਬੰਦੇ ਨੂੰ ਆਪਣਾ ਲਾਲਚ, ਸਵਾਰਥ, ਬਹੁਤ ਸਾਰੀਆਂ ਚੀਜ਼ਾਂ ਛੱਡਣੀਆਂ ਪੈਣਗੀਆਂ, ਸੇਵਾ ਵੀ ਕਰਨੀ ਪਏਗੀ। ਫਿਰ ਬੰਦਾ ਕਹਿੰਦਾ ਛੱਡੋ ਪਰਾਂ, ਕੀ ਕਰਦੇ ਆ, ਕੋਈ ਮੂਰਤੀ ਬਣਾ ਕੇ ਕੋਈ ਇੱਕ ਜਗ੍ਹਾ ਤੇ ਪੂਜਾ ਕਰਨ ਲੱਗ ਜਾਂਦੇ ਆ। ਬਾਬਾ ਨਾਨਕ ਜੀ ਦਿਨ ਜਗਨਨਾਥਪੁਰੀ ਗਏ ਨਾ, and they were totally dedicated toward their practices, and they were doing with full dedication whatever they were doing, ਆਰਤੀ ਵਗੈਰਾ ਸਾਰਾ ਉਹ ਜਿਹੜਾ ਸੀਗਾ ਕਨਸੈਪਟ। ਤੇ ਗੁਰੂ ਬਾਬਾ ਜੀ ਉਹਨੂੰ ਇਨਵਾਈਟ ਕਰਦੇ ਨੇ ਵੀ ਆਓ ਨਾ, ਤੁਹਾਨੂੰ ਵਿਖਾਈਏ ਧਰਮ ਕੀ ਹੁੰਦਾ ਹੈ, ਤੁਸੀਂ ਵੀ ਧਰਮ ਦੇ ਆਗੂ, ਧਰਮ ਵੇਖੋ, ਸਾਡਾ ਧਰਮ ਤੇ ਤੁਸੀਂ ਤੇ ਤੁਹਾਡੀਆਂ ਤਾਂ ਅੱਖਾਂ ਚੋਂ ਆ ਜਾਣਗੀਆਂ, ਤੁਹਾਨੂੰ ਤਾਂ ਤਿਲਸਮ ਦੇਖ ਕੇ ਤੁਸੀਂ ਤੇ ਘਬਰਾ ਜਾਓਗੇ ਵੀ ਐਡਾ ਵੱਡਾ, ਐਡਾ ਧਰਮ ਦਾ ਮਜ਼ਮਾ, ਕਿਆ ਕਮਾਲ ਹੈ। ਵੇਖੋ ਆ ਕਿਵੇਂ ਅਸੀਂ ਇੱਥੇ ਭਜਨ ਕਰਦੇ ਹਾਂ, ਕਿਹੋ ਜਿਹੇ ਦੀਵੇ ਬਲਦੇ ਨੇ, ਹੀਰੇ ਮੋਤੀ ਜਵਾਹਰਾਤ, ਕੀ ਕੁਝ ਪੇਸ਼ ਕਰਦੇ ਆ ਰੱਬ ਨੂੰ, ਕਿਸ ਤਰੀਕੇ ਦੀਆਂ ਪੂਜਾ ਅਰਚਨਾ ਹੁੰਦੀਆਂ ਨੇ। ਬਾਬਾ ਜੀ ਨੇ ਵਿਖਾਉਣ ਵਾਸਤੇ ਲੈ ਕੇ ਗਏ ਸੀ। ਬਾਬਾ ਜੀ ਇੱਕ ਸਾਈਡ ਤੇ ਬੈਠੇ, ਸਭ ਤਮਾਸ਼ਾ ਵੇਖਦੇ ਰਹੇ ਤੇ ਮੁਸਕਰਾਉਂਦੇ ਰਹੇ। ਉਹਨਾਂ ਪੁੱਛਿਆ ਆਰਤੀ ਸਮਾਪਤ ਕਰਕੇ, ਕਿਉਂ, ਕਿੱਦਾਂ ਲੱਗੀ ਆਰਤੀ? ਬਾਬਾ ਜੀ ਕਹਿੰਦੇ ਠੀਕ ਹੈ, ਦਿਲ ਦੇ ਬਹਿਲਾਣ ਵਾਸਤੇ ਇਹ ਸਾਰੇ ਦਾ ਸਾਰਾ ਠੀਕ ਹੈ, ਹੋਰ ਕੀ ਹੋ ਸਕਦਾ। ਖੂਨ ਪਾਣੀ ਬਣ ਗਿਆ, ਹੱਦ ਹੋ ਗਈ, ਸਾਡੀ ਆਰਤੀ ਕੁਛ ਵੀ ਨਹੀਂ, ਇਹ ਐਵੇਂ ਦਿਲ ਦੇ ਬਹਿਲਾਵੇ ਵਾਸਤੇ ਹੈ। ਅੱਛਾ ਫਿਰ ਸਾਡੀ ਆਰਤੀ ਤੇ ਕੁਛ ਨਹੀਂ, ਸਾਡੀ ਪੂਜਾ ਤੇ ਕੁਛ ਨਹੀਂ,
ਸਾਨੂੰ ਤੁਸੀਂ ਪੂਜਾ ਕਰਕੇ ਵਿਖਾਓ। ਕਰ ਲੋਗੇ ਪੂਜਾ ਰੱਬ ਦੀ? ਤੁਹਾਨੂੰ ਪਤਾ ਵੀ ਹੈ ਰੱਬ ਦੀ ਪੂਜਾ ਕਿਵੇਂ ਹੁੰਦੀ ਹੈ? ਬਾਬਾ ਜੀ ਨੇ ਸ਼ਬਦ ਇੱਥੋਂ ਹੀ ਸ਼ੁਰੂ ਕੀਤਾ। ਬਾਬਾ ਜੀ ਕਹਿੰਦੇ ਸੱਚ ਹੈ, ਉਹਦੀ ਪੂਜਾ ਹੋ ਨਹੀਂ ਸਕਦੀ। ਕਿਵੇਂ ਕਰੋਗੇ ਪੂਜਾ ਉਹਦੀ? ਕਹਿੰਦੇ ਪੂਜਾ ਹੋ ਨਹੀਂ ਸਕਦੀ ਨਹੀਂ, ਤੁਹਾਡੇ ਕੋਲ ਪੂਜਾ ਬਾਰੇ ਗੱਲ ਹੀ ਕੁਛ ਨਹੀਂ, ਤੁਸੀਂ ਕਰ ਨਹੀਂ ਸਕਦੇ। ਬਾਬਾ ਜੀ ਕਹਿੰਦੇ ਆਓ ਫਿਰ ਮੈਂ ਤੁਹਾਨੂੰ ਇੱਕ ਪੂਜਾ ਹੁੰਦੀ ਵਿਖਾ ਸਕਦਾ, ਜਿਹੜੀ ਪੂਜਾ ਲੱਗਦੀ ਹੈ। ਅੱਛਾ ਉਹ ਕਿਹੜੀ ਹੈ? ਤੁਸੀਂ ਸ਼ਬਦ ਪੜ੍ਹਦੇ ਹੋ, ਗगन में थाल। ਕਿੱਡਾ ਕੁ ਥਾਲ ਲਵੋਗੇ? 2 ਫੁੱਟ ਦਾ, 4 ਫੁੱਟ ਦਾ, 5 ਫੁੱਟ ਦਾ, 2 ਮੀਟਰ ਦਾ, 4 ਮੀਟਰ ਦਾ, ਆਖਰਕਾਰ ਹੱਥਾਂ ਦੀ ਪਾਇਆ ਆ ਚੱਕਣ ਦੀ, ਕਿੰਨਾ ਕੁ ਚੱਕ ਸਕੋਗੇ? ਆਓ ਥਾਲ ਵੇਖੋ, ਆ ਪੂਰਾ ਦਾ ਪੂਰਾ ਅਸਮਾਨ ਜਿਹੜਾ ਵੈਕਿਊਮ ਕ੍ਰੀਏਟ ਕੀਤਾ ਉਸ ਵੱਡੇ ਸਿਸਟਮ ਦੇ ਵਿੱਚ। ਗगन में थाल, ਗगन ਵਰਗਾ ਥਾਲ ਲਿਆਓ ਕਿਤੋਂ, ਦੇਖੋ। ਫਿਰ ਤੁਹਾਡੇ ਦੀਵੇ ਤੇ ਤੁਸੀਂ ਤੇਲ ਪਾਓਗੇ, ਵਿੱਚ ਘਿਓ ਪਾਓਗੇ, ਘੰਟਾ ਬਲਣਗੇ, 2 ਘੰਟੇ ਬਲਣਗੇ, ਬੁੱਝਣਗੇ। ਆ ਮੈਂ ਤੁਹਾਨੂੰ ਦੀਵੇ ਬਲਦੇ ਵਿਖਾਉਣਾ, ਜਿਹੜੇ ਕਦੀ ਬਲੇ ਹੋਣਗੇ ਪਰ ਕਦੀ ਬੁੱਝੇ ਵੀ ਨਹੀਂ, ਤੇ ਕਦੀ ਤੱਕ ਸ਼ਾਇਦ ਬੁੱਝਣਗੇ ਵੀ ਨਹੀਂ। ਗगन में थाल ਰਵ ਚੰਦ ਦੀਪਕ ਬਣੇ। ਇੱਥੋਂ ਆਰਤੀ ਸ਼ੁਰੂ ਹੋਈ। ਹੁਣ ਇਹ ਹੈ ਇਨਲਾਈਟਮੈਂਟ ਦੀ ਗੱਲ, ਰੋਸ਼ਨੀ ਦੀ ਗੱਲ। ਦਿਮਾਗ ਦੇ ਵਿੱਚ ਉਸ ਲੈਵਲ ਤੇ ਬਾਤ ਆ ਜਾਣੀ, ਸਮਝ ਆਏ ਜਦੋਂ ਸਾਰਾ ਆ ਕਾਇਨਾਤ। ਅਦਰਵਾਈਜ਼ ਤੁਸੀਂ ਸ਼ਾਇਦ ਦੇਖਿਆ ਹੋਏਗਾ, ਮਾਫੀ ਮੰਗਾਂਗਾ ਮੈਂ, ਅਦਨਾ ਜਾਂ ਮਨੁੱਖਾਂ, ਗੁਰੂ ਕੇ ਹਜ਼ੂਰ ਬੈਠਾ, ਗੁਰੂ ਕਾ ਕੂ ਕਰਾਂ, ਜੋ ਬਾਣੀ ਦੱਸਦੀ ਉਹ ਬੋਲਣਾ ਆ। ਸਾਡੀ ਅਜੇ ਵੀ ਹਾਲਤ ਦੇਖੋ ਕੀ ਹੈ। ਅਸੀਂ ਪਿੰਡਾਂ ਥਾਵਾਂ ਦੇ ਵਿੱਚ, ਹੋਰ ਜਗ੍ਹਾ ਦੇ ਉੱਤੇ ਪ੍ਰੋਸਪੈਰਿਟੀ ਆਈ, ਬਾਹਰਲੇ ਮੁਲਕਾਂ ਜਾ ਕੇ ਸਰਮਾਇਆਕਾਰੀ ਕੀਤੀ, ਕੁਛ ਕੀਤੀ। ਜਦੋਂ ਵਾਪਸੀ ਕੀਤੀ ਤੇ ਵਾਪਸੀ ਜਾ ਕੇ ਦੁਬਾਰਾ ਪਤਾ ਕੀ ਕੀਤਾ? ਜਠੇਰਿਆਂ ਦੀਆਂ ਜਗ੍ਹਾ ਬਣਾ ਦਿੱਤੀਆਂ, ਪਿੱਤਰ ਪੂਜਾ ਸ਼ੁਰੂ ਹੋ ਗਈ। ਤੇ ਇਹ ਕੋਰਲੇਟ ਕਰਨ ਲੱਗ ਗਏ ਕਿ ਇਹ ਪ੍ਰੋਸਪੈਰਿਟੀ ਜਿਹੜੀ ਹੈ ਨਾ ਮੇਰੇ ਕੋਲ, ਇਹਦੇ ਕਰਕੇ ਆਈ ਹੈ, ਇਹਦੇ ਕਰਕੇ, ਇਸ ਕਿਉਂਕਿ ਜਿੰਨਾ ਕੁ ਵਿਜ਼ਨ ਆ ਉਹਨਾਂ ਕੀ ਬੰਦਾ ਸੋਚ ਸਕਦਾ ਹੈ। ਹਾਲਾਂਕਿ ਹਕੀਕਤ ਇਹ ਹੈ, ਕਰਨ ਕਰਾਉਣ ਵਾਲਾ ਦਾਤਾ ਕਰਤਾਰ ਅਕਾਲ ਪੁਰਖ ਵਾਹਿਗੁਰੂ ਹੈ। ਬੰਦੇ ਜਿੱਡਾ ਤੇਰਾ ਵਿਜ਼ਨ ਬੁਲੰਦ ਹੋਏਗਾ, ਉਨੀ ਚੜ੍ਹਦੀ ਕਲਾ ਆਏਗੀ, ਉਹਨਾਂ ਤੋਂ ਉਸ ਲੈਵਲ ਤੇ ਜਾਏਗਾ। ਮਾਫੀ ਮੰਗਾਂਗਾ, ਸਾਡੀ ਜਿਹੜੀ ਇੱਥੇ ਸੈਕੰਡ ਜਨਰੇਸ਼ਨ ਆ ਰਹੀ ਹੈ, ਉਹਨਾਂ ਦੇ ਵਿੱਚ ਬੜੀ ਪੋਟੈਂਸ਼ੀਅਲ ਹੈ। ਦੇ ਕੈਨ ਡੂ ਅ ਲੋਟ, ਦੇ ਕੈਨ ਸਰਵ these countries in very good manners. They can contribute a lot of good stuff, or good kind of things in our own community. But what is missing over here? Why aren't we able to actually tell them or provide them their role where they can actually do something for society, for our community? What is missing? Missing ਇਹ ਹੈ ਕਿ ਉਹਨਾਂ ਬੱਚਿਆਂ ਨੂੰ ਪਤਾ ਹੀ ਨਹੀਂ ਬਾਣੀ ਕੀ ਹੈ, ਤੇ ਉਹਨਾਂ ਨੂੰ ਦੱਸ ਅਸੀਂ ਨਹੀਂ ਪਾਏ। ਦੱਸ ਇਸ ਕਰਕੇ ਨਹੀਂ ਪਾਏ ਕਿਉਂਕਿ ਘਰਾਂ ਦਾ ਵਿਸ਼ਵਾਸ ਜਿਹੜਾ ਆ, ਘਰਾਂ ਦੀ ਜਿਹੜੀ ਆਸਥਾ ਆ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਵੀ ਆਪਣੋ ਧਰਮ ਕੁਲਾ ਧਰਮ ਸਭ ਕੋ ਕਰੈ। ਆਪਣੇ ਕੁਲਾ ਧਰਮ, ਆਪਣੇ ਕੋ ਵਿਸ਼ਵਾਸ ਬਣਾਏ, ਆਪਣੇ ਕੋਈ ਗੁਰਮਤਿ ਸਕੂਲ ਆਫ ਥਾਟ ਦੀ ਗੱਲ ਹੀ ਨਹੀਂ ਹੈ। ਜਿਹੜੀਆਂ ਗੱਲਾਂ ਬਾਤਾਂ ਤੁਸੀਂ ਪਿੰਡਾਂ ਥਾਵਾਂ ਤੋਂ ਨਾਲ ਕਿਤੇ ਮਤਲਬ ਉਹੋ ਜਿਹੀਆਂ ਚੀਜ਼ਾਂ ਮੰਨਦੇ ਮਨਾਉਂਦੇ ਆ ਗਏ ਹੋ, ਤੇ ਇੱਥੇ ਆ ਗਏ ਤੇ ਉਹਨਾਂ ਨਾਲ ਹੀ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਐਸੋਸੀਏਟ ਕਰਨਾ ਚਾਹੁੰਦੇ ਹੋ, ਉਹ ਮੋਸਟਲੀ ਕਹਿਣਗੇ ਡਜ਼ਨਟ ਮੇਕ ਸੈਂਸ ਟੂ ਮੀ। ਜਾਂ ਜੇ ਕਿਤੇ ਅੰਗੇਜ ਵੀ ਹੋਣਗੇ ਤੇ ਅੰਗੇਜ ਉਸੇ ਲੈਵਲ ਤੇ ਹੋਣਗੇ ਜਿਸ ਲੈਵਲ ਤੇ ਤੁਸੀਂ ਸੋਚਦੇ ਹੋ, ਤੇ ਜਦੋਂ ਉਸ ਲੈਵਲ ਤੇ ਅੰਗੇਜ ਹੋ ਕੇ ਉਹ ਦੁਨੀਆ ਵਿੱਚ ਵਿਚਰਨਗੇ, ਦੁਨੀਆ ਗੋਨਾ ਟੈਲ them it doesn't make sense। ਫਿਰ ਉਹਨਾਂ ਨੂੰ ਉਸ ਲੈਵਲ ਤੇ ਲੱਗੇਗਾ ਵੀ ਉਹ ਮੈਂ ਨੌਨਸੈਂਸ ਗੱਲ ਕਰ ਰਿਹਾ ਹਾਂ। ਭਾਈ ਗੱਲ ਇਹ ਹੈ ਕਿਉਂਕਿ ਤੁਸੀਂ ਉਸ ਸਕੂਲ ਆਫ ਥਾਟ ਦੇ ਨੇੜੇ ਹੀ ਨਹੀਂ ਹੈਗੇ। ਜਿਹੜਾ ਨਾਮ ਮਨ ਵਸਾਵਣੇ ਆਇਆ ਨਾ, ਇਹ ਸਮਝ ਦਾ ਬੜਾ ਵੱਡਾ ਲੈਵਲ ਡਿਵੈਲਪ ਕਰਨਾ ਆ। ਗੁਰੂ ਅਮਰਦਾਸ ਸਾਹਿਬ ਜ਼ਿਕਰ ਕਰਦੇ ਇਹਦੇ ਵਿੱਚ, ਬੰਦੇ ਆਪਣੇ ਆਪ ਨੂੰ ਇਸ ਧਰਮ ਕਰਮਾਂ ਦੇ ਵਿੱਚ ਨਾ ਗਵਾਈ। ਬਲਕਿ ਜਿਹੜਾ ਸ਼ਬਦ ਮੈਂ ਕਹਿ ਰਿਹਾ ਸੀ ਨਾ, ਸਮਾਂ ਆਪਣੇ ਕੋਲ ਭਾਵੇਂ ਕਾਫੀ ਹੁੰਦਾ ਪਰ ਫਿਰ ਵੀ ਸੀਮਤ ਹੈ। ਦੈਟਸ ਵਾਈ ਮੈਂ ਬੇਨਤੀ ਕੀਤੀ ਬੜੀ ਡਿਟੇਲਡ ਵੇ ਨਾਲ ਬਾਤ ਕਰਾਂਗੇ, ਸਾਰੀ ਬਾਤ ਸੰਗਲੀਬੱਧ ਹੋਏਗੀ, ਇੱਕ ਦੂਜੇ ਦੇ ਨਾਲ ਕੋਰਲੇਟ ਹੁੰਦੀ ਜਾਏਗੀ। ਇਸੇ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਨੇ ਅੱਗੇ ਜਾ ਕੇ ਬਿਆਨ ਕੀਤਾ, ਗगन मैं थाल रव चंद दीपक बने। ਜਿਹੜਾ ਸ਼ਬਦ ਇੱਥੋਂ ਸ਼ੁਰੂ ਹੋ ਰਿਹਾ,
ਜੇ ਪੁੱਛਿਆ ਜਾ ਦਾਤਾ ਰੱਬ ਕੀ ਹੈ, ਰੱਬ ਨਾਲ ਕਿਵੇਂ ਜੁੜਿਆ ਜਾ ਸਕਦਾ ਆ, ਤੇ ਗੱਲ ਪਤਾ ਕੀ ਹੁੰਦੀ ਹੈ? ਗੱਲ ਗੁਰੂ ਮਹਾਰਾਜ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ ਆਇਆਓ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ ਆਇਆ। ਆ ਸ਼ਬਦ ਦੇਖੋ ਤੁਸੀਂ, ਲਾਈਨਾਂ ਪੜੋ ਇੱਥੇ ਸਾਹਿਬ ਜ਼ਿਕਰ ਕਰਦੇ ਗੁਰੂ ਅਮਰਦਾਸ ਮਹਾਰਾਜ, ਸਭ ਏਕਾ ਜੋਤ ਜਾਣੈ ਜੇ ਕੋਈ, ਕੋਈ ਇੱਕ ਜੋਤ ਸਭ ਵਿੱਚ ਵਸਦੀ ਹੋਈ ਵੇਖ ਲਵੇ, ਮਨੁੱਖਤਾ ਦੀ ਸੇਵਾ ਨੂੰ ਸਰੋਪਰੀ ਮੰਨ ਲਵੇ, ਇਹ ਧਰਮ ਦਾ ਕੰਮ ਹੈ। ਬਾਕੀ ਸਾਰੇ ਕੰਮ ਇਹ ਤੋਂ ਛੋਟੇ ਨੇ, ਛੱਡ ਦੇ ਇਸ ਤੋਂ ਬਾਅਦ। ਜਿਹੜੀ ਇਨਸਾਨੀਅਤ ਆ, ਦੇਖੋ ਅੱਜ ਤੇ ਗੱਲ ਲੋਕੀ ਕਰਦੇ ਨੇ ਐਨੀਮਲ ਲਾਈਫ ਦੀ, ਅੱਜ ਤੇ ਗੱਲ ਹੋ ਰਹੀ ਹੈ ਵਾਈਲਡ ਲਾਈਫ ਦੀ, ਅੱਜ ਤੇ ਗੱਲ ਹੋ ਰਹੀ ਹੈ ਐਨੀਮਲ ਰਾਈਟਸ ਦੀ, ਅੱਜ ਤੇ ਗੱਲ ਹੋ ਰਹੀ ਹੈ ਈਵਨ ਜਿਹੜਾ ਹੈਗਾ ਮਦਰ ਨੇਚਰ ਦੇ ਡਿਫਰੈਂਟ ਰਿਸੋਰਸਿਸ ਦੀ, ਅੱਜ ਤੇ ਗੱਲ ਹੋ ਰਹੀ ਹੈ ਕਿ ਅਸੀਂ ਧਰਤੀ ਦੇ ਜਿਹੜੇ ਰੂਪ ਰੰਗ ਨੇ, ਜਿਹਨਾਂ ਨੂੰ ਕਹਿ ਰਹੇ ਹੋ ਕਿ ਜਿਹੜਾ ਨੈਚੁਰਲ ਜਿਹੜਾ ਸਾਰੇ ਦਾ ਸਾਰਾ ਲੈਂਡਸਕੇਪ ਆ, ਇਹਨੂੰ ਬਚਾਉਣਾ ਇੱਕ ਬੜਾ ਵੱਡਾ ਕਰਮ ਆ, ਬੜਾ ਵੱਡਾ ਧਰਮ ਆ। ਤੁਸੀਂ ਦੇਖੋ ਜਿਨ੍ਹਾਂ ਲੋਕਾਂ ਨੇ ਧਰਮ ਦੇ ਰਾਹ ਦੇ ਵਿੱਚ ਕੰਟਰੀਬਿਊਸ਼ਨ ਪਾਇਆ ਆ, ਜਦੋਂ ਭਾਰਤੀ ਖਿੱਤੇ ਦੇ ਵਿੱਚ ਅੰਡਰ ਕਲੋਨੀਅਲ ਸਿਸਟਮ ਜਾਂ ਕਲੋਨੀਅਲ ਪੀਰੀਅਡ ਦੇ ਵਿੱਚ ਹੌਲੀ ਹੌਲੀ ਤਰੱਕੀ ਆਉਣ ਲੱਗੀ, ਤੇ ਇੱਕਦਮ ਉਹਦੇ ਵਿੱਚ ਜਦੋਂ ਮਤਲਬ ਕਹਿ ਲਓ ਕਿ ਵੱਡਾ ਗੇਅਰ ਪਾਇਆ, ਐਂਡ ਐਕਚੁਅਲੀ ਦੇ ਐਕਸਲੇਟ ਐਵਰੀਥਿੰਗ ਦੈਟ ਟਾਈਮ, ਜਿਨ੍ਹਾਂ ਲੋਕਾਂ ਨੇ ਆਵਾਜ਼ ਚੁੱਕੀ ਇਸ ਚੀਜ਼ ਦੇ ਖਿਲਾਫ, ਉਹਨਾਂ 'ਚ ਕੋਈ ਹੋਰ ਨਹੀਂ ਸੀਗੇ, ਉਹਨਾਂ 'ਚੋਂ ਜਾਗੇ ਹੋਏ ਲੋਕ ਸੀਗੇ, ਭਗਤ ਪੂਰਨ ਸਿੰਘ ਵਰਗੇ ਲੋਕ। ਉਹਨਾਂ 'ਚ ਉਹ ਲੋਕ ਸੀਗੇ ਜਿਨ੍ਹਾਂ ਨੇ ਕਿਹਾ, ਵਣਜਾਰਾ ਬੇਦੀ ਸਰਦਾਰ ਮਹਿੰਦਰ ਸਿੰਘ ਰੰਧਾਵਾ, ਪਹਿਲਾ ਵਾਈਸ ਚਾਂਸਲਰ ਸੀਗਾ ਐਗਰੀਕਲਚਰ ਯੂਨੀਵਰਸਿਟੀ ਆਫ ਲੁਧਿਆਣਾ ਦਾ, ਬਹੁਤ ਸਾਰੀਆਂ ਹੋਰ ਬਹੁਤ ਸਾਰੇ ਲੋਕਾਂ ਨੇ, ਉਹਨਾਂ ਕਿਹਾ ਗ੍ਰੀਨ ਰੈਵੋਲੂਸ਼ਨ ਕੀ ਹੁੰਦਾ ਆ, ਕੀ ਲਿਆ ਰਹੇ ਹੋ ਤੁਸੀਂ? ਕੋਈ ਪ੍ਰੋਪਰ ਸਟੱਡੀਜ਼ ਨਹੀਂ ਸੀਗੀਆਂ, ਕੋਈ ਕੁਛ ਨਹੀਂ ਸੀਗੀਆਂ, ਉਹ ਲਿਆ ਕੇ ਜੋ ਦੁਨੀਆ ਭਰ ਦਾ ਰੇਓ, ਖਾਦ, ਕੈਮੀਕਲ, ਜੋ ਦੁਨੀਆ ਭਰ ਦੇ ਪੋਇਨੀਰ ਕੀਤੇ ਹੋਏ ਜੈਨੇਟਿਕਲੀ ਮੋਡੀਫਿਕੇਸ਼ਨ ਵਿੱਚ ਆਏ ਹੋਏ ਬੀਜ, ਉਹ ਸਾਰੇ ਅੱਜ ਪਤਾ ਲੱਗ ਰਿਹਾ ਸਭ ਜ਼ਹਿਰ ਹੋ ਗਿਆ। ਮਤਲਬ ਇਹ ਰੱਬ ਕਿਸੇ ਨੇ ਵੇਖਿਆ ਤੇ ਹੈ ਨਹੀਂ, ਰੱਬ ਤੇ ਕੁਦਰਤ ਵਿੱਚ ਜੋਤ ਹੋ ਕੇ ਵਰਤ ਰਿਹਾ ਆ, ਤੇ ਜੇ ਬੰਦਾ ਉਹਦੇ ਜੋਤ ਵਿੱਚ ਵਰਤ ਰਹੀ ਉਸ ਸ਼ਕਤੀ ਦੇ ਹੁਕਮ ਨੂੰ ਪਛਾਣੇਗਾ ਤਾਂ ਹੀ ਜੀਵਨ ਸੁਖਮਈ ਹੋਏਗਾ, ਅਦਰਵਾਈਜ਼ ਦੁੱਖ ਦਾ ਮੂਲ ਹੋ ਜਾਏਗਾ। ਦੇਖੋ ਅਸੀਂ ਬਾਣੀ ਸ਼ਬਦ ਪੜ੍ਹਦੇ ਆ, ਦੁੱਖ ਦਾਰੂ ਸੁਖ ਰੋਗ ਪਿਆ, ਪਰ ਇੱਕ ਸਟੇਟ ਆਫ ਮਾਈਂਡ ਵਾਸਤੇ ਹੈ। ਅਲਟੀਮੇਟਲੀ ਬਿਮਾਰੀ ਨਾਲ ਦੋ ਚਾਰ ਹੋਣਾ ਕੋਈ ਸੁੱਖ ਥੋੜਾ ਆ। ਪੰਜਾਬ ਦੀ ਫਿਜ਼ਾਂ ਦੇ ਵਿੱਚ ਕੈਂਸਰ ਦੀ ਇੰਤਹਾ ਹੋ ਜਾਣੀ, ਇਹ ਕੋਈ ਸੁੱਖ ਆ? ਜਿਸ ਧਰਤੀ ਤੋਂ ਗੁਰੂ ਸਾਹਿਬ ਨੇ ਕੋੜ ਚੁੱਕਤਾ, ਬਿਲਕੁਲ ਬਿਲਕੁਲ ਕੁਸ਼ਟ ਰੋਗ ਖਤਮ ਕਰਤਾ ਗੁਰੂ ਅਰਜਨ ਸਾਹਿਬ ਨੇ, ਉਸ ਖਿੱਤੇ 'ਚ ਅੱਜ ਨਵਾਂ ਕੋੜ ਫੈਲ ਗਿਆ, ਫਿਰ ਹੋਰ ਉਹਦੇ ਨਾਲ ਅਲਾਮਤਾਂ, ਬਿਮਾਰੀਆਂ, ਸਭ ਚੀਜ਼ਾਂ। ਮਤਲਬ ਆਪ ਦੇਖੋ, ਮੈਂ ਤੇ ਕਈ ਵਾਰੀ ਲੋਕਾਂ ਨੂੰ ਜਦੋਂ ਪੜ੍ਹਦਾ ਆ ਤੇ ਮਤਲਬ ਹੈਰਾਨਕੁਨ ਬਾਤ ਲੱਗਦੀ ਹੈ। ਦਿੱਲੀ ਦੇ ਵਿੱਚ ਬੱਸ ਦੇ ਵਿੱਚ ਬੱਚੀ ਨਾਲ ਜਬਰ ਜਨਾਹ ਹੋਇਆ, ਉਹਦੀ ਡੈਥ ਹੋ ਗਈ। ਇੰਟਰਨੈਸ਼ਨਲ ਲੈਵਲ ਤੇ ਇੰਨਾ ਜ਼ਿਆਦਾ ਉਹ ਜਿਹੜਾ ਹੈਗਾ ਮੁੱਦਾ ਹਾਈਲਾਈਟ ਹੋਇਆ, ਆਪਨੇ ਸਭ ਦੇਖ ਸੁਣਿਆ ਪੜ੍ਹਿਆ, ਲੋਕਾਂ ਨੇ ਬੜੀ ਉਹਦੇ ਉੱਤੇ ਅਫਸੋਸ ਜ਼ਾਹਰ ਕੀਤਾ, ਬੜੀਆਂ ਚੀਜ਼ਾਂ ਜ਼ਾਹਰ ਕੀਤੀਆਂ। ਤੇ ਇੱਕ ਲੰਡਨ ਬੇਸਡ ਬਾਲੀਵੁੱਡ ਦਾ ਫਿਲਮਕਾਰ ਹੈ ਸ਼ੇਖਰ ਕਪੂਰ, ਦਿੱਲੀ 'ਚ ਬੌਰਨ ਬ੍ਰੌਟ ਅਪ ਆ, ਉਹਨੇ ਸੋਸ਼ਲ ਮੀਡੀਆ ਤੇ ਕੁਝ ਲਿਖਿਆ, ਮੁੜ ਕੇ ਉਹ ਬੜਾ ਉਹ ਜਿਹੜਾ ਹੈਗਾ ਸਪਰੈਡ ਹੋਇਆ ਸੱਜੇ ਖੱਬੇ। ਉਹ ਕਹਿੰਦਾ ਮੇਰੀਆਂ ਭੈਣਾਂ ਸੀਗੀਆਂ ਦਿੱਲੀ 'ਚ ਪੜ੍ਹਦੀਆਂ ਮੇਰੇ ਤੋਂ ਵੱਡੀਆਂ, ਤੇ ਘਰੋਂ ਜਦੋਂ ਉਹਨਾਂ ਨੇ ਜਾਣਾ ਤੇ ਮਾਂ-ਬਾਪ ਨੇ ਇਹ ਹਦਾਇਤ ਦੇਣੀ ਕਿ ਦੇਖਿਆ ਜੇ ਬੜਾ ਜਿਹੜਾ ਹੈਗਾ ਐਂਟੀ ਸੋਸ਼ਲ ਐਲੀਮੈਂਟ, ਗੁੰਡਾ ਐਲੀਮੈਂਟ ਜਿਹੜਾ ਉਹ ਤੁਰਿਆ ਫਿਰਦਾ ਆਲੇ ਦੁਆਲੇ ਗਲੀਆਂ ਸੜਕਾਂ ਦੇ ਆਲੇ ਦੁਆਲੇ, ਤੇ ਆਪਣੇ ਆਪ ਨੂੰ ਬਚਾ ਕੇ ਰੱਖਣਾ। ਨਾਲ ਉਹਨਾਂ ਇਹ ਕਹਿਣਾ ਵੀ ਜੇ ਕਿਤੇ ਕੋਈ ਮੁਸ਼ਕਿਲ ਬਣ ਜੇ ਐਨੀਵੇਅਰ, ਯੂ ਗੈਟ ਸਟਕ ਇਨ ਅ ਸਿਚੁਏਸ਼ਨ ਵੇਅਰ ਯੂ ਥਿੰਕ ਯੂ ਆਰ ਨੋਟ ਸੇਫ, ਦੈਟ ਟਾਈਮ ਕਿਸੇ ਆਲੇ ਦੁਆਲੇ ਸਿੱਖ ਨੂੰ ਵੇਖਿਆ ਜੇ, ਉਹਦੇ ਕੋਲ ਚਲੀਆਂ ਜਾਏ ਜੇ। ਸਿੱਖ ਆਪਣੀ ਜਾਨ ਤੇ ਖੇਡ ਜੇਗਾ, ਤੁਹਾਨੂੰ ਆਂਚ ਨਹੀਂ ਆਉਣ ਦੇਗਾ। ਹੁਣ ਆ ਜਿਹੜੀ ਗੱਲ ਆ, ਫਿਰ ਅੱਗੇ ਜਾ ਕੇ ਕਹਿੰਦਾ ਦਿੱਲੀ ਵਾਲਿਓ ਕੀ ਹੋਇਆ, ਦਿੱਲੀ 'ਚ ਹੁਣ ਸਿੱਖ ਨਹੀਂ ਰਹਿ ਗਏ। ਐਕਚੁਅਲੀ ਉਹਨੇ ਬੜੇ, ਹਾਲਾਂਕਿ ਬੜੇ ਟੌਂਟ 'ਚ ਉਹਨੇ ਗੱਲ ਕੀਤੀ, ਉਹਨੇ ਬਹੁਤ ਕੁਛ ਉਹਦੇ 'ਚ ਰਿਪੀਟ ਜਿਹੜਾ ਹੈ ਲਪੇਟ ਦਿੱਤਾ। ਜੇ ਦੇਖਿਆ ਜਾਏ ਤਾਂ 1984 ਵੀ ਯਾਦ ਆਏਗਾ, ਜਦੋਂ ਦਿੱਲੀ ਸਿੱਖਾਂ ਦੀਆਂ ਲਾਸ਼ਾਂ, ਬਹੁਤ ਕੁਛ ਆ ਜਾਏਗਾ ਪਿੱਛੇ, ਪਰ ਹਕੀਕਤ ਇਹ ਜਿਹੜੀ ਉਹਨੇ ਬਾਤ ਕਹੀ। ਪਰ ਜੇ ਆਪਾਂ ਇਸੇ ਚੀਜ਼ ਨੂੰ ਉਸੇ ਸਿਨੈਰੀਓ 'ਚ ਪਾ ਕੇ ਦੇਖਦੇ ਹਾਂ, ਸਿੱਖਾਂ ਦੇ ਘਰਾਂ ਦੇ ਵਿੱਚ ਬੱਚਿਆਂ ਦਾ ਲਾਲਨ ਪਾਲਨ ਹੋ ਰਿਹਾ ਹੈਗਾ, ਕਿਹੋ ਜਿਹੇ ਮੈਨਰ ਸਿਖਾਏ ਜਾ ਰਹੇ ਨੇ,
ਕਿਹੋ ਜਿਹੇ ਉਹਨਾਂ ਦੇ ਜਿਹੜਾ ਉਹਨਾਂ ਨੂੰ ਐਥਿਕਸ ਦਿੱਤੇ ਜਾ ਰਹੇ ਨੇ, ਕਿਹੋ ਜਿਹੀ ਅਪਬ੍ਰਿੰਗਿੰਗ ਹੋ ਰਹੀ, ਦੇਖੋ ਸਾਰੀ। ਮਤਲਬ ਇਹ ਹੈ ਜ਼ਹਿਰ ਕੋਈ ਸਿਰਫ ਸੋਲਿਡ ਜ਼ਹਿਰ ਨਹੀਂ ਹੁੰਦਾ। ਸੋਲਿਡ ਜ਼ਹਿਰ ਤੇ ਬੰਦਾ ਇੱਕ ਵਾਰੀ ਖਾਏਗਾ ਤੇ ਮਰ ਜਾਏਗਾ। ਜਿਹੜਾ ਜੀਵਨ ਜਾਂਚ ਵਿੱਚ, ਜਿਹੜੀ ਵੇ ਆਫ ਲਾਈਫ ਜਿਹਦੇ ਚ ਪੋਇਜ਼ਨ ਭਰ ਲਿਆ, ਜਿਹਦੇ ਚ ਸਾਰਾ ਜ਼ਹਿਰ ਭਰ ਲਿਆ, ਉਹ ਸਾਰੇ ਚੋਂ ਫਿਰ ਕਿਵੇਂ ਬਚੇਗਾ? ਜਿਹੜੀ ਗੁਰੂ ਬਾਬਾ ਜੀ ਨੇ ਬਾਤ ਕੀਤੀ ਮਨੁੱਖਤਾ ਦੀ ਸੇਵਾ ਦੀ, ਮਨੁੱਖਤਾ ਦੇ ਕਲਿਆਣ ਦੀ, ਤੇ ਫਿਰ ਇਸ ਸਾਰੇ ਨੂੰ ਕਿਹਾ ਰੱਬ ਦੀ ਜੋਤ ਨਾਲ ਜੁੜਨਾ ਹੈ ਤੂੰ। ਕਿਸੇ ਸੋ ਕਾਲਡ ਪੂਜਾ ਅਰਚਨਾ, ਇਹ ਤੇ ਬੜਾ ਸੌਖਾ ਆ। ਤੁਸੀਂ ਮਾਫੀ ਮੰਗਾਂਗਾ ਮੈਂ, ਗੁਰੂ ਗ੍ਰੰਥ ਸਾਹਿਬ, ਸੌਰੀ ਟੂ ਸੇ ਮੈਂ ਸੇਇੰਗ ਐਕਚੁਅਲੀ ਬਿਕੋਜ਼ ਟੀਵੀ ਤੇ ਵੱਡੇ ਲੈਵਲ ਤੇ ਸਾਡੀ ਗੱਲ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਸੀਂ ਘਰ ਰੱਖ ਲਿਆ, ਤੁਸੀਂ ਸਵੇਰੇ ਸ਼ਾਮ ਉਹਦਾ ਸਵੇਰੇ ਪ੍ਰਕਾਸ਼ ਕਰਦੇ ਹੋ, ਸ਼ਾਮ ਨੂੰ ਸੁੱਖ ਆਸਨ ਕਰਦੇ ਹੋ, ਬੜੀ ਵਧੀਆ ਸ਼ਰਧਾ ਹੈ ਤੁਹਾਡੀ, ਬੜੀ ਆਸਥਾ ਹੈ, ਬੜਾ ਕੁਛ ਹੈ, ਤੁਸੀਂ ਬਾਣੀ ਪੜ੍ਹ ਰਹੇ ਹੋ। ਪਰ ਜੇ ਬੰਦਾ ਇਹਨੂੰ ਹੀ ਸਮਝ ਲੇ ਕਿ ਮੇਰੀ ਬਹੁਤ ਵੱਡੀ ਸੇਵਾ ਹੋ ਗਈ, ਗੁਰਮਤਿ ਸਕੂਲ ਆਫ ਥਾਟ ਦੇ ਮੁਤਾਬਕ ਨਹੀਂ ਹੈਗੀ ਹੈ। ਬਾਣੀ ਪੜ੍ਹਨੀ ਹੈ, ਉਹਦੇ ਵਾਸਤੇ ਤੇ ਪੋਥੀਆਂ ਵੀ ਹੈਗੀਆਂ ਨੇ, ਬੜੇ ਸੋਰਸ ਹੈਗੇ। ਜਿਹੜੀ ਐਕਚੁਅਲ ਸੇਵਾ ਹੋਏਗੀ ਉਹ ਤੇ ਹੈ ਕਿ ਉਸ ਸਭ ਮੈਂ ਜੋਤ ਜੋਤ ਹੈ ਸੋਏ, ਮਨੁੱਖਤਾ ਲਈ ਕੀ ਕਰ ਰਿਹਾ ਹੈ? ਆਪਣੇ ਤੋਂ ਉੱਪਰ ਉੱਠ ਕੇ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਪਰ ਉਪਕਾਰ ਦਾ ਕਿਹੜਾ ਕਾਰਜ ਹੋ ਰਿਹਾ ਹੈ? ਇਹ ਚੀਜ਼ਾਂ ਨੇ ਜਿਹਨੂੰ ਕਿਹਾ ਸੀ ਸੇਵਾ ਕਰਤ ਹੋਏ ਨਿਸ਼ਕਾਮੀ, ਉਹ ਨਿਸ਼ਕਾਮ ਸੇਵਾ ਕਿੱਧਰ ਆ? ਸਿਮਰਨ ਆ ਰੂਪ ਆ। ਗੁਰੂ ਬਾਬਾ ਜੀ ਕਹਿੰਦੇ ਜਿੰਨੇ ਇਸ ਚੀਜ਼ ਨੂੰ ਮਨ 'ਚ ਵਸਾ ਲਿਆ, ਗਹਿਰੇ ਤਲ ਦੇ ਉੱਤੇ, ਉਹਦੀ ਬਾਤ ਕੀਤੀ ਇਹਦੇ 'ਚ। ਸਭ ਏਕਾ ਜੋਤ ਜਾਣੈ ਜੇ ਕੋਈ, ਕੋਈ ਇੱਕ ਜੋਤ ਸਭ ਵਿੱਚ ਰਵੀ ਹੋਈ ਵੇਖ ਲਵੇ। ਸਤਿਗੁਰ ਸੇਵਿਆਂ ਪ੍ਰਗਟ ਹੋਈ, ਬਾਬਾ ਜੀ ਚਿੱਤੇ ਕਰਦਾ ਇਹੋ ਜਿਹੀ ਸਟੇਟ ਆਫ ਮਾਈਂਡ ਮੈਂ ਵੀ ਇੰਜੋਏ ਕਰਾਂ, ਬਟ ਇਟਸ ਹਾਰਡ। ਬਾਬਾ ਜੀ ਕਹਿੰਦੇ ਸਤਿਗੁਰ ਸੇਵਿਆਂ, ਹੁਣ ਸਤਿਗੁਰੂ ਦੀ ਸੇਵਾ ਇੱਥੇ ਗੁਰੂ ਨੂੰ ਪੜ੍ਹਨਾ, ਸਮਝਣਾ, ਸੁਣਨਾ, ਅਹਿਸਾਸਣਾ, ਤੇ ਫਿਰ ਗੁਰਮੁਖਾਂ ਦੀ ਸੰਗਤ ਕਰਨੀ, ਇਹ ਸਾਰੀ ਚੀਜ਼ ਨਾਲ ਅੰਗੇਜ ਕਰੇਗਾ, ਫਿਰ ਹੌਲੀ ਹੌਲੀ ਜਾਚ ਆ ਜਾਏਗੀ। ਇਹਦੀ ਬਾਤ ਹੋ ਰਹੀ ਹੈ। ਸਤਿਗੁਰ ਸੇਵਿਆਂ ਪ੍ਰਗਟ ਹੋਈ, ਗੁਪਤ ਪ੍ਰਗਟ ਵਰਤੈ ਸਭ ਥਾਈ। ਬਾਕੀ ਉਹੀ ਵਰਤ ਰਿਹਾ ਗੁਪਤ ਪ੍ਰਗਟ, ਉਹ ਭਾਵੇਂ ਦਿਸਦਾ ਭਾਵੇਂ ਨਹੀਂ ਦਿਸਦਾ, ਸਰਗੁਣ ਵੀ ਹੈ ਨਿਰਗੁਣ ਵੀ ਹੈ, ਦੋਹਾਂ ਰੂਪਾਂ ਦੇ ਵਿੱਚ ਉਹਦੀ ਆਪਣੀ ਵਿਦਮਾਨਤਾ ਹੈ। ਗੁਪਤ ਪ੍ਰਗਟ ਵਰਤੈ ਸਭ ਥਾਈ, ਜੋਤੀ ਜੋਤ ਮਿਲਾਵਣ ਆ ਵੀ ਜੋਤ ਹੈ ਤੇ ਉਹਦੀ ਜੋਤ ਚਾਰ ਚੁਫੇਰੇ ਪਸਰੀ ਵੀ ਹੈ। ਇੱਕ ਲੈਵਲ ਤੇ ਆਉਂਦਿਆਂ ਆਉਂਦਿਆਂ ਬੰਦਾ ਇਤਨਾ, ਅੱਜ ਤੁਸੀਂ ਲਿਟਰੇਚਰ 'ਚ ਵੀ ਪੜ੍ਹ ਸਕਦੇ ਹੈਗੇ ਹੋ, ਕੁਝ ਮੂਵੀ ਕਲਚਰ ਦੇ ਵਿੱਚ ਵੀ ਚੀਜ਼ਾਂ ਬਿਆਨ ਕੀਤੀਆਂ ਜਾਂਦੀਆਂ ਨੇ। ਇੱਕ ਲੈਵਲ ਆਉਂਦਾ ਹੈ, ਜਿਵੇਂ ਮੈਂ ਕੁਝ ਦੇਖਦਾ ਕਿ ਉਹ ਇੱਕ ਜਗ੍ਹਾ ਤੇ ਜਾ ਕੇ ਬੰਦਾ ਕਹਿੰਦਾ ਵੀ ਯਸ ਮੈਂ ਹੁਣ ਜਾ ਰਿਹਾ, ਤੇ ਉਹਦੀ ਜਿਹੜੀ ਹੈਗੀ ਹੈ ਸਾਰੀ ਫਿਜ਼ੀਕਲ ਫਾਰਮ ਜਿਹੜੀ ਹੈ ਉਹ ਤੱਤਾਂ 'ਚ ਆਪੀ ਵਿਲੀਨ ਹੋ ਜਾਂਦੀ ਹੈ। ਹਾਲਾਂਕਿ ਉਹਨਾਂ ਨੇ ਬੜਾ ਉਹਨੂੰ ਗਲੈਮਰਾਈਜ਼ ਕਰਕੇ ਤੇ ਪਿਕਚਰਾਈਜ਼ ਕਰਕੇ ਬਿਆਨ ਕੀਤਾ ਆ। ਐਕਚੁਅਲੀ ਉਸ ਤਰੀਕੇ ਦੇ ਨਾਲ ਇਹ ਸਰੀਰ ਭਾਵੇਂ ਨਾ ਜਾਏ, ਇਹਦੇ ਜਾਣ ਦਾ ਮਤਲਬ ਕੀ ਹੈ ਕਿ ਇਤਨਾ ਇਸ ਸਰੀਰ ਦੇ ਜ਼ਰੀਏ ਬੰਦਾ ਸਭ ਵਿੱਚ ਵਸਦੇ ਉਸ ਕਰਤਾਰ ਦੇ ਨਾਲ, ਜਿਹੜਾ ਉਹਦੇ ਨਾਲ ਆਪਣੇ ਆਪ ਨੂੰ ਇਨਕਲੂਡ ਕਰ ਲਿਆ, ਉਹ ਰਿਹਾ ਹੀ ਨਹੀਂ ਇੱਕ ਆਪਣਾ ਰੂਪ, ਉਹ ਤੇ ਕਰਤਾਰ ਦਾ ਰੂਪ ਹੋ ਗਿਆ ਆ। ਇਹ ਮੁਕਤੀ ਹੈ ਇਹਦੇ 'ਚ। ਇੱਥੇ ਗੁਰੂ ਬਾਬਾ ਜੀ ਨੇ ਉਹਦੀ ਬਾਤ ਕੀਤੀ ਕਿ ਗੁਪਤ ਪ੍ਰਗਟ ਵਰਤੈ ਸਭ ਥਾਈ, ਜੋਤੀ ਜੋਤ ਮਿਲਾਵਣ ਆ। ਰੋਕਦੀ ਕਿਹੜੀ ਚੀਜ਼ ਹੈ ਇਤੋਂ? ਇਹਨੂੰ ਸਾਹਿਬ ਨੇ ਕਿਹਾ ਤ੍ਰਿਸ਼ਨਾ ਅਗਨ ਜਲੈ ਸੰਸਾਰਾ। ਤ੍ਰਿਸ਼ਨਾ ਅਗਨ, ਆਲੇ ਦੁਆਲੇ ਵੇਖਦੇ ਆ, ਰੇਸ ਲੱਗੀ ਹੈ, ਮੈਂ ਉਹਨੂੰ ਪਿੱਛੇ ਛੱਡਣਾ ਆ, ਉਹਨੇ ਮੈਨੂੰ ਪਿੱਛੇ ਛੱਡਣਾ ਆ। ਇੱਕ ਜਿਹਨੂੰ ਕਹਿੰਦੇ ਆ ਵੀ ਜਿਹੜਾ ਹੈਗਾ ਕਟਿੰਗ ਨੈਕ ਕੰਪੀਟੀਸ਼ਨ ਜਿਹੜੇ ਹੋ ਰਹੇ ਨੇ, ਤੇ ਇਹਨਾਂ ਦੇ ਵਿੱਚ ਸਮਾਜ ਦੇ ਵਿੱਚ ਬੰਦੇ ਦੀ ਇੱਕ ਅਜੀਬ ਹਾਲਤ ਆ, ਸਮਾਜ ਬਿਮਾਰ ਹੋ ਚੱਲਾ ਆ। ਇਹ ਤ੍ਰਿਸ਼ਨਾ, ਜੋ ਕੋਲ ਆ ਦਿਸਦਾ ਨਹੀਂ, ਜੋ ਕੋਲ ਨਹੀਂ ਹੈ ਉਹਦੇ ਤੋਂ ਸੋਚ ਕਿਸੇ ਪਾਸੇ ਜਾਂਦੀ ਨਹੀਂ, ਹਰ ਵਕਤ ਬੰਦਾ ਉਹਦੇ 'ਚ ਤੜਪੀ ਜਾ ਰਿਹਾ ਹੈਗਾ। ਇਸ ਸਾਰੇ ਦੇ ਵਿੱਚ ਜੀਵਨ ਹੀ ਲੰਘ ਜਾਂਦਾ ਹੈ, ਉਹ ਸੁੱਖ ਉਸ ਹਾਲਤ ਨੂੰ ਮਾਣ ਹੀ ਨਹੀਂ ਸਕਦਾ। ਅਤੇ ਇੱਕ ਵਾਰੀ ਓਬੇਸਿਟੀ ਦੇ ਉੱਤੇ ਇੱਕ ਪ੍ਰੋਗਰਾਮ ਵਾਚ ਕਰ ਰਿਹਾ ਸੀਗਾ, ਬੜਾ ਡਾਕੂਮੈਂਟਰੀ ਸੀ ਬੜੇ ਕਮਾਲ ਦੀ, ਤੇ ਉਹ 'ਚ ਇੱਕ ਸ਼ਖਸ ਆ, ਉਹ ਦੱਸਦਾ ਆ ਕਿ ਐਕਚੁਅਲ ਲੈਵਲ 'ਤੇ ਮੇਰੀਆਂ ਖਾਣ ਪੀਣ ਦੀਆਂ ਹੈਬਿਟਸ, ਮੇਰੀ ਐਕਸਰਸਾਈਜ਼ ਨਾ ਕਰਨੀ, ਹੋਰ ਬਹੁਤ ਸਾਰੇ, ਤੇ ਕੁਝ ਮੇਰੇ ਜੀਨਸ ਜਿਹੜੇ ਸੀਗੇ ਉਹਨਾਂ ਸਾਰਿਆਂ ਨੇ ਕੰਟਰੀਬਿਊਟ ਕੀਤਾ, ਤੇ ਮੈਂ ਓਵਰਵੇਟ ਹੋ ਗਿਆ, ਤੇ ਉਹ ਸਭ ਬਾਤ ਕੀਤੀ। ਤੇ ਕਹਿੰਦਾ ਗੱਲ ਇਹ ਹੋਈ ਕਿ ਜਿਵੇਂ ਜਿਵੇਂ ਮੈਂ ਓਵਰਵੇਟ ਵਧੀ ਗਿਆ ਸਾਰਾ ਕੁਝ, ਤੇ ਮੈਨੂੰ ਇਹ ਪਤਾ ਲੱਗਾ ਕਿ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਮੈਂ ਜਿਸ ਸ਼ੇਪ ਸੀਗਾ, ਜਿਸ ਹਾਲਤ 'ਤੇ ਸੀਗਾ, ਹੁਣ ਮੈਂ ਉਹਦੀ ਖਾਹਿਸ਼ ਕਰ ਰਿਹਾ ਵੀ ਉਹੀ ਆ ਜਾਏ ਘੱਟ ਤੋਂ ਘੱਟ।
ਪਰ ਜਦੋਂ 10 ਸਾਲ ਪਹਿਲਾਂ ਸੀਗਾ ਉਦੋਂ ਮੈਂ ਉਹਨੂੰ ਇੰਜੋਏ ਨਹੀਂ ਸੀ ਕਰ ਰਿਹਾ। ਆਈ ਵਾਜ਼ ਫੀਲਿੰਗ ਬੈਡ ਫॉर दैट ਟਾਈਮ। ਉਹ ਕਹਿੰਦਾ ਉਹ ਕਰਦਿਆਂ ਕਰਦਿਆਂ ਪਤਾ ਲੱਗਾ ਹੱਥੋਂ ਹੀ ਸਮਾਂ ਲੰਘ ਗਿਆ। ਐਕਚੁਅਲ ਲੈਵਲ ਤੇ ਬੰਦਾ ਜਿਹੜਾ ਆ ਕਿਸੇ ਇੱਕ ਡ੍ਰੀਮ ਨੂੰ ਵੇਖਦਾ ਵੇਖਦਾ, ਤੇ ਉਹ ਡ੍ਰੀਮ ਵੀ ਬਹੁਤੀ ਵਾਰੀ ਕੀ ਹੈ, ਈਰਖਾ ਦੁਆਇਖ, ਦੂਜੇ ਨੂੰ ਵਿਖਾਉਣ ਵਾਸਤੇ, ਦੂਜੇ ਦੀ ਚੀਜ਼ ਵੇਖ ਕੇ ਆਪ ਸੜ ਰਿਹਾ ਹੈਗਾ ਇਸ ਜੈਲਸ ਵਿੱਚ, ਇਹਦੇ 'ਚ ਹੀ ਸਮਾਂ એનર્ਜੀ ਬਤੀਤ ਕਰੀ ਜਾ ਰਿਹਾ ਹੈਗਾ। ਹੁਣ ਇਹ ਸਾਰੇ ਦੇ ਵਿੱਚ ਬੰਦਾ ਭਾਵੇਂ ਜਿੰਨਾ ਪਾਠ ਵੀ ਕਰ ਲਵੇ, ਬੰਦਾ ਧਰਮ ਕਰਮ ਵੀ ਕਰ ਲਵੇ, ਐਕਚੁਅਲ ਲੈਵਲ ਤੇ ਕੁਛ ਵੀ ਮਨ ਵਿੱਚ ਨਹੀਂ ਵਸ ਰਿਹਾ। ਗੁਰੂ ਅਮਰਦਾਸ ਸਾਹਿਬ ਉਹਦੀ ਗੱਲ ਕਰ ਰਹੇ ਨੇ, ਕਹਿਣ ਲੱਗੇ ਤਿਸ਼ਨਾ ਅਗਨ ਜਲੈ ਸੰਸਾਰਾ, ਸੰਸਾਰ ਸੜ ਰਿਹਾ, ਲੋਭ ਅਭਿਮਾਨ ਬਹੁਤ ਅਹੰਕਾਰਾ। ਕਿਤੇ ਲੋਭ ਹੈ, ਕਿਤੇ ਅਭਿਮਾਨ ਤੇ ਅਹੰਕਾਰ ਆ, ਜਾਂ ਸਵਾਰਥ ਹੇਠ ਕੁਝ ਕਰਮ ਧਰਮ ਕਰਮ ਹੋ ਰਹੇ ਨੇ, ਜਾਂ ਹੰਕਾਰ ਨੂੰ ਪ੍ਰਜਵਲਿਤ ਕਰਨ ਵਾਸਤੇ। ਜੇ ਸਹੀ ਰੂਪ ਵਿੱਚ ਦੇਖਿਆ ਜਾਏ ਤੇ ਜਿਵੇਂ ਸਾਡੇ ਘਰ ਦੇ ਵਿੱਚ ਦਸਵੰਧ ਦਾ ਕਨਸੈਪਟ ਸੀਗਾ, ਵਿਖਾਵੇ ਦਾ ਕਨਸੈਪਟ ਨਹੀਂ ਸੀਗਾ, ਦਾਨ ਦਾ ਕਨਸੈਪਟ ਨਹੀਂ ਸੀਗਾ, ਇਹ ਕਨਸੈਪਟ ਨਹੀਂ ਸੀਗਾ ਕਿ ਮੈਂ ਦੂਜੇ ਨਾਲੋਂ ਵੱਡੇ ਹੋਣਾ ਹੈ ਤੇ ਦੂਜੇ ਨਾਲੋਂ ਵਿਖਾਉਣਾ। ਇਹ ਕਨਸੈਪਟ ਸੀਗਾ ਜੋ ਕਿਰਤ ਕੀਤੀ, ਮੁਸ਼ੱਕਤ ਕੀਤੀ, ਜੋ ਮਿਲਿਆ ਆ ਉਹਨੂੰ ਸਫਲਾ ਕਰਨਾ ਆ। ਸੋ ਇਹਦੇ 'ਚ ਇੱਕ ਹਲੀਮੀ ਦਾ ਰੰਗ ਸੀਗਾ, ਆਪਣੇ ਆਪ ਚੀਜ਼ਾਂ ਪ੍ਰਫੁੱਲਤ ਹੋਣੀਆਂ ਸੀਗੀਆਂ। ਡੀਪ ਲੈਵਲ ਤੇ ਇਹੀ ਚੀਜ਼ਾਂ ਪ੍ਰਫੁੱਲਤ ਹੁੰਦੀਆਂ ਨੇ। ਗੁਰੂ ਬਾਬਾ ਜੀ ਨੇ ਕਿਹਾ ਲੋਭ ਅਭਿਮਾਨ ਬਹੁਤ ਅਹੰਕਾਰਾ, ਮਰਮਰ ਜਨਮੈ ਪਤ ਗਵਾਏ ਆਪਣੀ, ਬਿਰਥਾ ਜਨਮ ਗਵਾ ਬਣਿਆ। ਮਰਮਰ ਜਨਮੈ, ਹੁਣ ਇਹ ਹੈ ਚੀਜ਼ਾਂ ਨੂੰ ਰੈਸ਼ਨਲਾਈਜ਼ ਕਰਦਿਆਂ ਕਰਦਿਆਂ ਇੱਕ ਲੈਵਲ ਇਹ ਵੀ ਅਸੀਂ ਸੋਚ ਕੇ ਲੈ ਆਂਦਾ ਆ, ਉਹ ਨਹੀਂ ਇਹੋ ਜ਼ਿੰਦਗੀ, ਇਸ ਤੋਂ ਅੱਗੇ ਪਿੱਛੇ ਕੋਈ ਨਹੀਂ ਹੈਗਾ, ਬਸ ਖਤਮ ਹੀ ਆ ਸਾਰਾ ਕੁਝ। ਹਾਲਾਂਕਿ ਜਿਨ੍ਹਾਂ ਦੇ ਘਰ ਵਿੱਚ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਲਿਖੀਆਂ ਨੇ, ਮਰਮਰ ਜਨਮੈ ਪਤ ਗਵਾਏ ਆਪਣੀ, ਉਹ ਇਹ ਗੱਲਾਂ ਕਹਿ ਰਹੇ ਨੇ। ਜਿਨ੍ਹਾਂ ਦੇ ਘਰ ਲਿਖਿਆ ਕੁਛ ਨਹੀਂ ਸੀਗਾ, ਜਿਹੜੇ ਏਥੀਅਸ ਸਿਸਟਮ ਵਿੱਚੋਂ ਆ ਰਹੇ ਸੀ, ਜਾਂ ਹੋਰ ਜਿਹੜਾ ਹੈ ਡਿਫਰੈਂਟ ਸਾਈਮਨ ਫਰਾਇਡ ਨੂੰ ਪੜ੍ਹ ਕੇ ਆ ਰਹੇ ਸੀਗੇ, ਉਹ ਹੁਣ ਕਿਤਾਬਾਂ ਲਿਖ ਰਹੇ ਨੇ ਵੀ ਦੇਰ ਆਰ ਮੈਨੀ ਲਾਈਵਸ ਐਂਡ ਮੈਨੀ ਮਾਸਟਰਸ। ਇਹ ਇਕੱਲੀ ਜ਼ਿੰਦਗੀ ਨਹੀਂ ਪਿੱਛੋਂ ਆ ਰਹੀ ਕੋਈ ਚੀਜ਼, ਅੱਗੇ ਜਾਣੀ ਹੈ। ਇਹ ਸਿਰਫ ਪੜਾਇਆ ਵਿਚਲਾ ਬੰਦੇ ਦੀ ਸੁਰਤ ਨੂੰ ਇਹ ਪਕੜ ਆ ਜਾਏ। ਹੁਣ ਜਿਵੇਂ ਸਾਡੇ ਟ੍ਰੇਟਸ ਨੇ, ਆਦਤਾਂ ਨੇ, ਸਾਡੇ ਸੰਸਕਾਰ ਨੇ, ਇਹ ਕੋਈ ਅੱਜ ਥੋੜਾ ਪੈਦਾ ਹੋਏ ਨੇ, ਜਨਮਾਂ ਜਨਮਾਂਤਰਾਂ ਤੋਂ ਨਾਲ ਕੈਰੀ ਕਰ ਰਹੇ ਹਾਂ ਤੇ ਅੱਗੇ ਲੈ ਕੇ ਜਾ ਰਹੇ ਹਾਂ। ਇਹਨਾਂ ਸਭ ਚੀਜ਼ਾਂ ਨੂੰ ਸਹੀ ਰੂਪ ਵਿੱਚ ਅੰਡਰਸਟੈਂਡ ਕਰਨਾ। ਗੁਰੂ ਬਾਬਾ ਜੀ ਕਹਿੰਦੇ ਜਿਹਨੇ ਆਪਣੇ ਜੀਵਨ ਵਿੱਚ ਧਰਮ ਨੂੰ ਸਹੀ ਰੂਪ ਵਿੱਚ ਅਪਣਾਇਆ, ਉਹਦੇ ਮਨ ਵਿੱਚ ਬਾਤ ਆਈ ਕਿ ਮਰਮਰ ਜਨਮੈ ਪਤ ਗਵਾਏ, ਇੱਕ ਬੜੀ ਵਾਰ ਹੋ ਗਿਆ। ਹੁਣ ਜਿਵੇਂ ਭਗਤ ਜੀ ਕਹਿੰਦੇ ਵੀ ਬਹੁਤ ਜਨਮ ਵਿਛੁਰੇ ਥੇ ਮਾਧੋ, ਬੜੇ ਜਨਮਾਂ ਤੋਂ ਵਿਛੜ ਗਏ, ਹੁਣ ਨਹੀਂ, ਹੁਣ ਕੁਝ ਸਮਝ ਆਈਏ, ਹੁਣ ਆਪਣੇ ਨਾਲ ਲਗਾ ਲੈ। ਬਹੁਤੇ ਫੇਰ ਪਏ ਕਿਰਪਨ ਕੋ, ਬੜੇ ਫੇਰੇ ਪੈ ਗਏ, ਹੁਣ ਨਹੀਂ, ਹੁਣ ਮੁਕਤੀ ਦਾ ਰਾਹ ਵਿਖਾ। ਇੱਥੇ ਸਭ ਕਹਿੰਦੇ ਮਰਮਰ ਜਨਮੈ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾਵਣਿਆ, ਬੇਅਰਥ ਜਨਮ ਆਪਣਾ ਗਵਾ ਲਿਆ। ਅਜਾਈ ਅਗਲਾ ਪਦਾ ਲਿਖਿਆ, ਗੁਰ ਕਾ ਸ਼ਬਦ ਕੋ ਵਿਰਲਾ ਬੂਝ ਹੈ, ਗੁਰ ਕਾ ਸ਼ਬਦ ਕੋ ਵਿਰਲਾ ਬੂਝ ਹੈ। ਸਾਰੇ ਐਵੇਂ ਨਹੀਂ, ਕੁਝ ਹੈਗੇ ਨੇ ਜਿਨ੍ਹਾਂ ਨੂੰ ਗੁਰੂ ਕਾ ਸ਼ਬਦ ਬੁੱਝ ਜਾਂਦਾ, ਸਮਝ ਆ ਜਾਂਦੀ ਹੈ। ਈਵਨ ਮੈਂ ਕਿਉਂਕਿ ਸਿੱਖੀ ਜਿਹੜੀ ਹੈ ਨਾ, ਸਿੱਖੀ ਇਜ਼ ਹੈਪਨਿੰਗ, ਇਹ ਹੋ ਰਹੀ ਹੈ, ਇਹ ਵਾਪਰ ਰਹੀ ਹੈ। ਹਾਂ, ਵੱਖਰੀ ਗੱਲ ਹੈ ਕਿ ਅਸੀਂ ਲੋਕਾਂ ਨੂੰ ਸਮਝਾ ਪਾਏ ਜਾਂ ਨਹੀਂ ਸਮਝਾ ਪਾਏ, ਪਰ ਕਿਤੇ ਨਾ ਕਿਤੇ ਕੁਝ ਨਾ ਕੁਝ ਲੋਕ ਸਮਝ ਕੇ ਸਕੂਲ ਉਸੇ 'ਚ ਆ ਰਹੇ ਨੇ, ਉਸੇ ਆਈਡੀਓਲੋਜੀ ਨੂੰ ਅਡਾਪਟ ਕਰਦੇ ਤੁਰ ਲੱਗੇ ਜਾ ਰਹੇ। ਮੈਂ ਇੱਥੇ ਬਹੁਤ ਸਾਰੇ ਅਕੈਡੈਮਿਕ ਸਾਈਟਸ ਤੋਂ ਲੋਕ ਦੇਖੇ, ਹੋਰ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ, ਤੇ ਮੈਨੂੰ ਯਾਦ ਹੈ ਮੇਰਾ ਪ੍ਰੋਫੈਸਰ ਸੀਗਾ ਇੱਥੇ ਮੈਕਮਾਸਟਰ ਯੂਨੀਵਰਸਿਟੀ ਦੇ ਵਿੱਚ, ਤੇ ਉਹਦੇ 'ਚ ਹੋਇਆ ਇਹ ਕਿ ਕੁਛ ਸਾਡੀ ਕਲਾਸ ਦਾ ਇਨਵਾਇਰਮੈਂਟ ਜਿਹੜਾ ਸੀਗਾ, ਉਹ ਮਤਲਬ ਕਲਾਸ ਦੇ ਵਿੱਚ ਉਹਦੇ 'ਚ ਕੁਛ ਇਸ਼ੂ ਰੇਜ਼ ਹੋਇਆ, ਤੇ ਉਹਦੇ ਨਾਲ ਕੁਝ ਕਿਸੇ ਇੱਕ ਤਰ੍ਹਾਂ ਦੀ ਨਾਲ ਕਨਸੈਂਟਰੇਸ਼ਨ ਜਿਹੜੀ ਹੈਗੀ ਉਹ ਬਿਲਡ ਹੋ ਗਈ, ਤੇ ਸਮਹਾਓ ਉਹ ਥੋੜਾ ਟੈਂਪਰ ਲੂਜ਼ ਕਰ ਗਿਆ। ਹਾਲਾਂਕਿ ਐਵੇਂ ਹੁੰਦਾ ਨਹੀਂ, ਥੋੜਾ ਜਿਹਾ ਉਹ ਜਿਵੇਂ ਉਹਨੇ ਰਾਈਟ ਵੇ ਰਿਅਲਾਈਜ਼ ਕੀਤਾ, ਰਿਅਲਾਈਜ਼ ਕਰਕੇ ਤੇ ਉਹਨੇ ਥੋੜੇ ਸਮੇਂ ਲਈ ਪੌਜ਼ ਲਿਆ, ਫਿਰ ਬ੍ਰੇਕ ਲਈ, ਥੋੜੀ ਦੇਰ ਬਾਅਦ ਵਾਪਸ ਆਇਆ, ਤੇ ਵਾਪਸ ਆ ਕੇ ਕਹਿੰਦਾ ਵੀ ਪਲੀਜ਼ ਐਕਸੈਪਟ ਮਾਈ ਅਪੋਲੋਜੀ। ਤੇ ਉਹ ਬੜੇ ਪ੍ਰੋਫੈਸ਼ਨਲ ਲੋਕ, ਥੈਰੇਪਿਸਟ ਬੈਠੇ ਸੀ ਸਾਰੇ। ਉਹ ਕਹਿੰਦਾ ਪ੍ਰੋਫੈਸਰ ਯੂ ਆਰ ਏ ਵੈਟਰਨ ਐਕਚੁਅਲੀ ਸਕਾਲਰ ਪਰਸਨ, ਐਂਡ ਡੋਂਟ ਵਰੀ, your job is secure, everything is secure, no one can do anything to you, even though we complain everything। ਉਹ ਕਹਿੰਦਾ it's not a big deal, ਮੇਰੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ, ਨਾ ਮੈਂ ਜੌਬ ਮਨੀ ਵਾਸਤੇ ਕਰਦਾ, ਸਾਰੇ ਵਾਸਤੇ। ਜਿਹੜੀ ਮੇਰੇ ਵਾਸਤੇ ਵੱਡੀ ਗੱਲ ਇਹ ਹੈਗੀ ਏ ਕਿ ਮੈਂ ਸਵੇਰੇ ਕੁਝ ਸਮਾਂ ਮੈਡੀਟੇਸ਼ਨ ਕੀਤਾ ਆ, ਐਂਡ
I have the taste of that meditation inside me. And by behaving in actually in these kind of manners, I'm losing everything. I don't want to lose it. That is a big loss for me. ਹੁਣ ਇਹੋ ਜਿਹੀਆਂ ਚੀਜ਼ਾਂ ਤੁਸੀਂ ਦੇਖੋ, ਜਿਹੜੇ ਲੋਕ ਅੰਗੇਜ ਹੋ ਰਹੇ ਨਾ ਚੀਜ਼ਾਂ ਦੇ ਨਾਲ, ਬੰਦਾ ਉਹਨੂੰ ਵੇਖ ਕੇ ਕਹੇਗਾ ਵੀ ਇਹਨੂੰ ਕੀ ਨਿਤਨੇਮ ਦਾ ਪਤਾ, ਇਹਨੂੰ ਕੀ ਧਰਮ ਕਰਮ ਦਾ ਪਤਾ ਇਸ ਰੂਪ ਦੇ ਵਿੱਚ। ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ, ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਕੋ ਵਿਰਲਾ ਬੂਝੈ। ਸ਼ਬਦ ਇਹੀ ਹੈ ਨਾ, ਹੁਕਮ ਕਰਤਾਰ ਦੇ ਹੁਕਮ ਵਿੱਚ ਆਪਣੇ ਆਪ ਨੂੰ ਲੈ ਜਾਣਾ। ਆਪ ਮਾਰੇ ਤਾਂ ਤ੍ਰਿਭਵਨ ਸੂਝੈ, ਆਪ ਮਾਰੇ ਆਪਣੇ ਆਪ ਨੂੰ ਮਾਰਨਾ। ਮੌਕਾ ਬਣਿਆ, ਮਾਰਿਆ ਉਹਨੇ ਆਪਣੇ ਆਪ ਨੂੰ। ਕਹਿੰਦੇ ਯੈਸ ਆਈ ਡਿਡ ਮਿਸਟੇਕ, ਆਈ ਐਕਸੈਪਟ ਇਟ, ਦੈਟਸ ਮਾਈ ਮਿਸਟੇਕ। ਤਾਂ ਜਾ ਕੇ ਚੀਜ਼ ਅਗਲੀ ਬੁੱਝੇਗੀ। ਆਪ ਮਾਰੇ ਤਾਂ ਤ੍ਰਿਭਵਨ ਸੂਝੈ, ਫਿਰ ਉਹ ਮਰੈ ਨਾ ਮਰਨਾ ਹੋਵੇ। ਇਹਨੂੰ ਮੌਤ ਕੀ ਮਾਰੇਗੀ ਫਿਰ? ਜਿਹੜਾ ਆਪ ਹੀ ਮਰ ਗਿਆ, ਜਿਹਨੇ ਆਪਣੇ ਆਪ ਨੂੰ ਉਸ ਲੈਵਲ ਤੇ ਖਤਮ ਕਰਤਾ, ਉਹਦਾ ਤੇ ਕਲਿਆਣ ਪੱਕਾ ਆ ਨਾ। ਉਹਨੂੰ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਕਿ ਹਕੀਕਤ ਇਹ ਹੈ, ਫਿਰ ਉਹ ਮਰੈ ਨਾ ਮਰਨਾ ਹੋਵੇ, ਸਹਜੇ ਸੱਚ ਸਮਾਵਣਿਆ, ਸਹਜੇ ਸੱਚ ਸਮਾਵਣਿਆ। ਉਹ ਫਿਰ ਸੱਚ 'ਚ ਹੀ ਸਮਾ ਗਿਆ, ਉਹਦੀ ਫਿਰ ਮੁਕਤੀ, ਉਹਦਾ ਫਿਰ ਕਲਿਆਣ ਪੱਕਾ ਹੋ ਗਿਆ। ਸਭ ਰਹਿਮਤ ਕਰਨ ਇਹਨਾਂ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ, ਗੁਰਮਤੀਏ ਹੋਈਏ, ਗੁਰੂ ਆਸ਼ੇ ਦੇ ਨਾਲ ਜੀਵਨ ਯਾਪਨ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।